ਧੰਨ ਵਾਹਿਗੁਰੂ ਸਾਹਿਬ ਜੀ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸਜਣ ਸੁਹਲੇ। ਰਾਖੋ ਰਾਖਣ ਹਾਰ ਦਇਆਲਾ, ਨਾਨਕ ਘਰ ਕੇ ਗੋਲੇ। ਤੂ ਸੁਲਤਾਨ ਕਹਾ ਹਉ ਮੀਆਂ, ਤੇਰੀ ਕਵਨ ਵਡਾਈ। ਜੋ ਤੂੰ ਦੇਹ ਸੋ ਕਹਾ ਸੁਆਮੀ, ਮੈਂ ਮੂਰਖ ਕਹਿਣ ਨਾ ਜਾਈ। ਤੇਰੇ ਗੁਣ ਗਾਵਾਂ ਦੇਹ 부ਝਾਈ, ਜੈਸੇ ਸੱਚ ਮਹਿ ਰਹੋ ਰਜ਼ਾਈ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਨਾਹਿਨ ਨਿਰਮਲ ਕਰਨੀ। ਸਾਧ ਸੰਗਤ ਕੈ ਅੰਚਲ ਲਾਵੋ, ਬਿਖਮ ਨਦੀ ਜਾਏ ਤਰਣੀ। ਹਾਂਜੀ। ਸੋਹੀ ਮਹਿਲਾ ਪੰਜਵਾ। ਹਰ ਕਾ ਸੰਤ ਪ੍ਰਾਨ ਧਨ, ਤਿਸ ਕਾ ਪਨਿਹਾਰਾ। ਭਾਈ ਮੀਤ ਸੁਤ ਸਗਲ ਤੇ, ਜੀਹੂ ਤੇ ਪਿਆਰਾ ਰਹਾਓ। ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਇਮਾਨ ਗੁਰੂ ਪਿਆਰੇ ਸਨਮਾਨਯੋਗ ਸਤਸੰਗੀ ਜਨੋ, ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀ ਆਪ ਹਾਜ਼ਰੀ ਭਰ ਰਹੇ ਹੋ। ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਕੱਲ੍ਹ ਨੂੰ ਇਸ ਸਥਾਨ 'ਤੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਬਹੁਤ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਕੱਢਿਆ ਗਿਆ। ਆਪ ਸੰਗਤਾਂ ਦੀ ਅੰਦਰ ਦੀ ਭਾਵਨਾ ਨੂੰ, ਆਪ ਸ਼ਰਧਾ ਨੂੰ, ਸੰਗਤਾਂ ਦੀ ਅੰਦਰ ਦੀ ਖਿੱਚ ਨੂੰ ਕੱਲ੍ਹ ਵੇਖ ਕੇ ਹੀ ਅਹਿਸਾਸ ਸੀ ਕਿ 2 ਸਾਲਾਂ ਬਾਅਦ ਜਿਹੜਾ ਇਹ ਨਗਰ ਕੀਰਤਨ ਲੰਘਿਆ, ਆਪ ਸੰਗਤਾਂ ਨੇ ਬਹੁਤ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਔਰ ਇੱਕ ਗੱਲ ਦੀ ਇਹ ਵੀ ਖੁਸ਼ੀ ਹੋਈ ਕਿ ਕੱਲ੍ਹ ਨੂੰ ਸਟਾਲ ਵੀ ਘੱਟ ਸਨ। ਸੋ ਸੱਚੇ ਪਾਤਸ਼ਾਹ ਹਜ਼ੂਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਨਾ। ਕੱਲ੍ਹ ਨੂੰ ਕਾਰਜ ਬਹੁਤ ਬਖਸ਼ਿਸ਼ ਭਰਪੂਰ ਸਤਿਗੁਰ ਜੀ ਨੇ ਇਹ ਨਗਰ ਕੀਰਤਨ ਇਲਾਕਾ ਫੇਰੀ ਦੇ ਵਿੱਚ ਕਰਵਾਇਆ। ਔਰ ਆਪ ਸੰਗਤਾਂ ਦਾ ਧੰਨਵਾਦ ਜਿਨ੍ਹਾਂ ਨੇ ਵੱਧ ਚੜ੍ਹ ਕੇ ਪਹਿਲੇ ਦਿਨ ਤੋਂ ਹੀ ਇਹ ਸਾਰੀਆਂ ਸੇਵਾ ਤਨ ਮਨ ਧਨ ਨਾਲ ਕੀਤੀਆਂ। ਆਓ ਜੀ, ਜਿਹੜੀ ਲੜੀਵਾਰ ਕਥਾ ਦੀ ਵਿਚਾਰ ਚੱਲ ਰਹੀ ਹੈ, ਸੂਹੀ ਰਾਗ ਦੇ ਸ਼ਬਦ ਨੇ। ਸੂਹੀ ਰਾਗ ਦੇ 745 ਅੰਗ 'ਤੇ ਜਿਹੜਾ ਮਜ਼ਮੂਨ ਸ਼ੁਰੂ ਕੀਤਾ ਸੀ ਅਸੀਂ, ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਸ਼ਬਦ ਨੇ। ਘਰ ਚੌਥਾ ਦੇ ਵਿੱਚ ਗਾਉਣ ਦੀ ਹਦਾਇਤ ਹੈ। ਆਪ ਜੀ ਨੇ ਇਸ ਲੜੀ ਦਾ ਦੂਸਰਾ ਸ਼ਬਦ ਔਰ ਕੁੱਲ ਲੜੀ ਦਾ 42ਵਾਂ ਸ਼ਬਦ ਸਰਵਣ ਕੀਤਾ ਸੀ। ਸੋ ਸਤਿਗੁਰ ਜੀ ਬਖਸ਼ਿਸ਼ ਕਰਨ, ਆਪ ਅਸੀਸ ਬਖਸ਼ੋ, ਇਹ ਵਿਚਾਰਾਂ ਕਰ ਸਕੀਏ। ਗੱਜ ਵੱਜ ਕੇ ਗੁਰੂ ਬਖਸ਼ੀ ਫਤਿਹ ਸਾਂਝੀ ਕਰੋ। ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੂਹੀ ਮਹੱਲਾ ਪੰਜਵਾਂ। ਹਰ ਕਾ ਸੰਤ ਪ੍ਰਾਨ ਧਨ, ਤਿਸ ਕਾ ਪਨਿਹਾਰਾ। ਜਿਹੜੇ ਹਰੀ ਜਨ ਨੇ, ਪ੍ਰਭੂ ਦੀ ਬੰਦਗੀ ਕਰਨ ਵਾਲੇ ਨੇ, ਉਹਨਾਂ ਦਾ ਮੈਂ ਪਾਣੀ ਢੋਣ ਵਾਲਾ ਵੀ ਬਣ ਜਾਵਾਂ ਤੇ ਤਾਂ ਵੀ ਮੇਰੇ ਲਈ ਵੱਡੇ ਭਾਗਾਂ ਵਾਲੀ ਗੱਲ ਹੈ। ਮੈਂ ਉਹਨਾਂ ਦੇ ਚਰਨ ਧੋਵਾਂ, ਉਹਨਾਂ ਦੀ ਸੇਵਾ ਕਰਾਂ,
ਇਹ ਅਵਸਥਾ ਕਿਉਂ? ਕਿਉਂਕਿ ਸੰਤ ਜਨਾਂ ਦੀ ਸੰਗਤ ਵਿੱਚ ਹੀ ਮਨ ਟਿਕਦਾ ਹੈ। ਜਿਨ੍ਹਾਂ ਦੇ ਸੰਦੜਿਆਂ ਦੁਰਮਤ ਵਈਆਂ, ਮਿੱਤਰ ਅਸਾਜੜੇ ਸਈ, ਹਉ ਢੂੰਢੀਂਦੀ ਜਗ ਸਬਾਇਆ, ਜਨ ਨਾਨਕ ਵਿਰਲੇ ਕਈ। ਸਾਰੇ ਜਗ ਵਿੱਚ ਲੱਭ ਕੇ ਵੇਖ ਲਿਆ, ਪਰ ਇਹ ਸੰਤ ਜਨ ਵਿਰਲੇ ਨੇ। ਤੇ ਫਿਰ ਉਹਨਾਂ ਵਾਸਤੇ ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ, ਪੱਖਾ ਫੇਰੀ ਪਾਣੀ ਢੋਵਾਂ, ਜੋ ਦੇਵੈ ਸੋ ਖਾਈ। ਨਾਨਕ ਗਰੀਬ ਢਹਿ ਪਿਆ ਦੁਆਰੈ, ਹਰ ਮੇਲ ਲਿਹੋ ਵਡਿਆਈ। ਸਤਿਗੁਰ ਜੀ ਨੇ ਸੰਤ ਜਨ ਜਿਹੜੇ ਬੰਦਗੀ ਕਰਨ ਵਾਲੇ ਪਿਆਰੇ ਨੇ, ਉਹਨਾਂ ਵੱਲ ਇਸ਼ਾਰਾ ਕਰਕੇ ਕਿਹਾ ਕਿ ਸੰਗਤਾਂ ਦੇ ਵਿੱਚ ਬੰਦਗੀ ਕਰਨ ਵਾਲੀ ਰੂਹਾਂ ਮੌਜੂਦ ਹੁੰਦੀਆਂ ਨੇ। ਜੇ ਮੈਂ ਉਹਨਾਂ ਦੀ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਕਰਾਂ ਤੇ ਮੇਰੇ ਲਈ ਬਹੁਤ ਵੱਡੀ ਗੱਲ ਹੈ, ਕਿਉਂਕਿ ਉਹੀ ਮੇਰੇ ਪ੍ਰਾਣ ਧਨ ਨੇ। ਪ੍ਰਾਣ ਦਾ ਮਤਲਬ ਹੈ ਜੀਵ ਆਤਮਾ ਦੀ ਜਾਗ੍ਰਿਤੀ ਵਾਸਤੇ। ਜਿਹੜੀ ਜੀਵ ਆਤਮਾ ਮੂਹੀ ਪਈ ਸੀ, ਜਿਸ ਜੀਵ ਆਤਮਾ ਦੇ ਅੰਦਰ ਪ੍ਰਭੂ ਪ੍ਰੇਮ ਦੀ ਕੋਈ ਇੱਛਾ ਹੀ ਨਹੀਂ ਸੀ, ਮਾਇਆ ਦੇ ਰੰਗਾਂ ਵਿੱਚ ਗਲਤਾਨ ਸੀ, ਉਹਨਾਂ ਸੰਤ ਜਨਾਂ ਦੇ ਦੀਦਾਰ ਕੀਤਿਆਂ ਅੰਦਰ ਪ੍ਰਭੂ ਮਿਲਾਪ ਦੀ ਇੱਛਾ ਪੈਦਾ ਹੋਈ। ਭਾਈ ਮੀਤ ਸੁਤ ਸਗਲ ਤੇ ਜੀ ਹੂੰ ਤੇ ਪਿਆਰਾ। ਉਹ ਮੇਰੇ ਵਾਸਤੇ ਜਿਸ ਤਰ੍ਹਾਂ ਮੇਰੇ ਵਾਸਤੇ ਮੇਰੇ ਭਰਾ ਨੇ, ਮੇਰੇ ਮਿੱਤਰ ਨੇ, ਪੁੱਤਰ ਧੀਆਂ ਤੇ ਸਗਲ ਜਿੰਨਾ ਵੀ ਮੇਰਾ ਲਾਣਾ ਕਹਿ ਲਈਏ, ਰਿਸ਼ਤੇਦਾਰੀ ਕਹਿ ਲਈਏ, ਜਿਹੋ ਜਿਹਾ ਸਨੇਹ ਮੇਰੀ ਰਿਸ਼ਤੇਦਾਰੀਆਂ ਦਾ ਹੈ, ਉਹ ਸਨੇਹ ਇੱਕ ਪਾਸੇ ਹੈ। ਸੰਗਤ ਦਾ ਸਨੇਹ ਜਿਹੜਾ ਹੈ ਨਾ, ਉਹਨੂੰ ਕਿਸੇ ਵੀ ਅੱਖਰਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਇੱਕ ਪਾਸੇ ਖੂਨ ਦੇ ਰਿਸ਼ਤੇ ਨੇ, ਉਹ ਬਿਆਨੇ ਜਾਂਦੇ ਨੇ ਕਿ ਭਈ ਇਹ ਮੇਰੀ ਭੂਆ ਹੋ ਸਕਦੀ ਹੈ, ਇਹ ਭੂਆ ਹੈ, ਇਹ ਮੇਰਾ ਮਾਮਾ ਹੈ, ਚਾਚਾ ਤਾਇਆ, ਇਹ ਸਾਰਾ ਪਰਿਵਾਰ। ਪਰ ਸੰਗਤ ਇਹ ਕਿਹੜਾ ਰਿਸ਼ਤਾ ਹੁੰਦਾ ਹੈ ਜਿਸ ਰਿਸ਼ਤੇ ਨੂੰ ਅਸੀਂ ਕਹਿੰਦੇ ਹਾਂ ਕਿ ਸਾਰੇ ਪਾਸੇ, ਸਾਰੇ ਰਿਸ਼ਤੇ ਇੱਕ ਪਾਸੇ। ਜੇ ਸਾਰੇ ਮਿਲ ਕੇ ਵੀ ਕਹਿਣ ਕਿ ਅੱਜ ਸੰਗਤ 'ਚ ਨਾ ਜਾ, ਪਰ ਫਿਰ ਵੀ ਸੰਗਤ ਦੀ ਐਸੀ ਖਿੱਚ ਹੈ, ਸੰਗਤ ਵਿੱਚ ਆਉਣ ਦੀ ਤਲਬ ਪੈਦਾ ਹੁੰਦੀ ਹੈ। ਸੱਚ ਤੇ ਇਹ ਹੈ, ਸਤਸੰਗੀ ਜਨਾਂ ਦੇ ਦੀਦਾਰ ਕਰਨੇ, ਸੰਤ ਜਨਾਂ ਦੇ ਦੀਦਾਰ ਕਰਨੇ, ਇਹ ਸਾਰੇ ਰਿਸ਼ਤਿਆਂ ਤੋਂ, ਸਾਰੇ ਮੋਹ ਤੋਂ ਜੀ ਹੂੰ ਤੇ ਪਿਆਰਾ, ਇਹ ਜਿੰਦ ਤੋਂ ਵੀ ਪਿਆਰਾ ਹੈ ਜੀ। ਰਹਾਉ ਕੇਸਾਂ ਕਾ ਕਰ ਬੀਜਨਾ, ਸੰਤ ਚੌਰ ਟੁਲਾਵਹੁ, ਸੀਸ ਨਿਹਾਰੋ ਚਰਨ ਤਲ, ਧੂਰ ਮੁਖ ਲਾਵੋ। ਕੇਸਾਂ ਕਾ ਕਰ ਬੀਜਨਾ, ਬੀਜਨਾ ਕਹਿੰਦੇ ਆ ਪੱਖਾ। ਮੈਂ ਆਪਣੇ ਕੇਸਾਂ ਦਾ ਪੱਖਾ ਝੁਲਾਵਾਂ ਉਹਨਾਂ ਨੂੰ। ਸੰਤ ਚੌਰ ਢਲਾਵੋਂ, ਇੱਥੇ ਸੰਤ ਦਾ ਤੱਤਾ ਮੁਕਤ ਹੈ, ਸੰਤ ਜਨਾਂ ਵੱਲ ਇਸ਼ਾਰਾ ਹੈ, ਜਿਨ੍ਹਾਂ ਦੀ ਸੰਗਤ ਵਿੱਚ ਬੈਠ ਕੀਤਿਆਂ ਗੁਰੂ ਚੇਤੇ ਆਉਂਦਾ ਹੈ, ਜਿਨ੍ਹਾਂ ਦੇ ਦੀਦਾਰ ਕੀਤਿਆਂ ਦਾਨ ਮਹਿੰਡਾ ਤਲੀ ਖਾਕ, ਜੇ ਮਿਲੈ ਤਾਂ ਮਸਤਕ ਲਾਈਐ, ਕੂੜਾ ਲਾਲਚ ਛੱਡੀਐ, ਹੋਏ ਇੱਕ ਮਨ ਅਲਖ ਧਿਆਈਐ। ਪਾਰ ਬ੍ਰਹਮ ਪਰਮੇਸ਼ਵਰ ਦਾ ਧਿਆਨ ਜੁੜਦਾ ਹੈ। ਸੀਸ ਨਿਹਾਰੋਂ ਚਰਨ ਤਲ, ਧੂਰ ਮੁਖ ਲਾਵੋਂ, ਮੈਂ ਉਹਨਾਂ ਦੇ ਅੱਗੇ ਆਪਣਾ ਸੀਸ ਝੁਕਾਵਾਂ। ਦਾਨ ਮਹਿੰਡਾ ਤਲੀ ਖਾਕ ਵਾਲੀ ਅਵਸਥਾ, ਜਾਂ ਜੋ ਦੀਸੈ ਗੁਰ ਸਿਖੜਾ ਤਿਸ ਨਿਵ ਨਿਵ ਲਾਗੋਂ ਪਾਏ ਜੀ। ਉਹਨਾਂ ਦੇ ਪੈਰਾਂ ਤੇ ਚਰਨ ਤਲ, ਧੂਰ ਮੁਖ ਲਾਵੋਂ। ਧੂਰ ਮੁਖ ਲਾਣਾ ਕੱਲਾ ਝੁਕ ਕੇ ਹੱਥਾਂ ਤੇ ਧੂੜ ਲੈ ਕੇ ਮਸਤਕ ਤੇ ਲਾਉਣਾ ਨਹੀਂ ਹੁੰਦਾ। ਧੂੜ ਲਾਉਣਾ ਇੱਕ ਸਿਧਾਂਤਕ ਸੱਚ ਹੈ ਗੁਰਮਤਿ 'ਚ। ਧੂੜ ਜਿਸ ਤਰ੍ਹਾਂ ਮਿੱਟੀ ਧਰਤੀ ਤੇ ਵਿਛ ਜਾਂਦੀ ਹੈ, ਬਿਲਕੁਲ ਧਰਤੀ ਤੇ ਹੁੰਦੀ ਹੈ, ਇਸ ਤਰ੍ਹਾਂ ਹੀ ਮੇਰਾ ਮਨ ਵਿਛ ਜਾਏ, ਬਿਲਕੁਲ ਮੇਰਾ ਮਨ ਧਰਤੀ ਦੇ ਪੱਧਰ ਤੇ ਹੋ ਜਾਏ। ਜਿਸ ਤਰ੍ਹਾਂ ਫਰੀਦਾ ਖਾਕ ਨਾ ਨਿੰਦੀ ਹੈ, ਖਾਕੂ ਜੇਡ ਨਾ ਕੋਏ, ਜੀਉਂਦਿਆਂ ਪੈਰਾਂ ਤਲੇ ਮੋਇਆਂ ਉੱਪਰ ਹੋਏ। ਜਿਵੇਂ ਖਾਕ ਨੂੰ ਕਦੀ ਨਹੀਂ ਨਿੰਦੀਦਾ ਨਾ, ਇਸ ਤਰ੍ਹਾਂ ਹੀ ਸਾਡੇ ਅੰਦਰ ਨਿਮਰਤਾ ਦੀ ਭਾਵਨਾ ਆ ਜੇ। ਅਸੀਂ ਕਹਿੰਦੇ ਲੈ ਮੈਂ ਨਹੀਂ ਹੁੰਦਾ ਨਿਮਰ, ਮੈਨੂੰ ਕਿਉਂ, ਮੈਂ ਕਿਉਂ ਨਿਮਰ ਹੋਵਾਂ, ਮੇਰੀ ਵੀ ਆਕੜ ਹੁੰਦੀ ਹੈ, ਮੈਂ ਵੀ ਹੁੰਦਾ। ਨਹੀਂ, ਗੁਰਮਤਿ ਦੇ ਵਿੱਚ ਇਹ ਸਿਧਾਂਤ ਨਹੀਂ। ਗੁਰਮਤਿ ਦੇ ਵਿੱਚ ਨੌ ਨਿਧ ਨਾਮ ਗਰੀਬੀ ਪਾਈ। ਗੁਰੂ ਨਾਨਕ ਸਾਹਿਬ ਜੀ ਦੀ ਝੋਲੀ 'ਚ ਵੀ ਜਿਹੜੀ ਦਾਤ ਮਿਲੀ ਉਹ ਨੌ ਨਿਧ ਨਾਮ ਸੀ, ਤੇ ਨਾਲ ਉਹਦੇ ਗਰੀਬੀ ਦੀ ਭਾਵ ਨਿਮਰਤਾ ਸੀ। ਤੇ ਗੁਰੂ ਨੇ ਜਦ ਸਿੱਖਾਂ ਨੂੰ ਬਖਸ਼ਿਆ, ਮਨਹਾਲੀ ਕਿਰਸਾਨੀ ਕਰਨੀ, ਸ਼ਰਮ ਪਾਣੀ ਤਨਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਇਹ ਹੋਣਾ ਅਤ ਲਾਜ਼ਮੀ ਹੈ।
ਉਹਨਾਂ ਦੀ ਸੰਗਤ ਵਿੱਚ ਮੈਂ ਆਪਣਾ ਸਿਰ ਝੁਕਾਵਾਂ ਤੇ ਆਪਣੇ ਅਹੰਕਾਰ ਨੂੰ, ਅਹੰਗ ਨੂੰ ਖਤਮ ਕਰਾਂ ਜੀ। ਮਿਸ਼ਟ ਬਚਨ ਬੇਨਤੀ ਕਰੋ ਦੀਨ ਕੀ ਨਿਆਈ, ਤਜ ਅਭਿਮਾਨ ਸਰਣੀ ਪਰੋ ਹਰ ਗੁਣ ਨਿਧ ਪਾਈ। ਸੰਗਤ ਵਿੱਚ ਮਿਸ਼ਟ ਬਚਨ, ਮਿਸ਼ਟ ਕਹਿੰਦੇ ਮਿੱਠਾ, ਮਿੱਠੇ ਬਚਨ ਬੋਲਣੇ ਚਾਹੀਦੇ। ਸੰਗਤ 'ਚ ਮਾੜੇ ਬਚਨ ਨਹੀਂ ਬੋਲਣੇ ਚਾਹੀਦੇ। ਸੰਤ ਜਨਾਂ ਨੂੰ, ਸਾਧ ਜਨਾਂ ਨੂੰ ਮਾੜਾ ਨਾ ਬੋਲੀਏ, ਉੱਚਾ ਨਾ ਬੋਲੀਏ, ਕੌੜਾ ਨਾ ਬੋਲੀਏ। ਮਿਸ਼ਟ ਬਚਨ ਬੇਨਤੀ ਕਰੋ, ਬੇਨਤੀ ਭਾਵਨਾ ਵਿੱਚ ਉਹਨਾਂ ਨੂੰ ਅਰਜ਼ ਕਰਨੀ ਚਾਹੀਦੀ। ਦੀਨ ਕੀ ਨਿਆਈ, ਕਿ ਜਿਵੇਂ ਮੈਂ ਦੁਖੀ ਹਾਂ, ਤੇ ਜੇ ਮੈਂ ਦੁਖੀ ਹਾਂ ਪਹਿਲਾਂ ਸੰਸਾਰ ਦੀ, ਤੇ ਸੰਗਤ 'ਚ ਆ ਕੇ ਫਿਰ ਮੈਂ ਕੌੜੇ ਬਚਨ ਬੋਲਾਂ, ਤੇ ਸੰਸਾਰ 'ਚ ਐਸੀ ਕਿਹੜੀ ਥਾਂ ਹੈ ਜਿੱਥੇ ਦੁਖੀ ਸੁਖੀ ਹੋ ਸਕਦਾ ਹੈ। ਜਿਸ ਥਾਂ 'ਤੇ ਮੈਂ ਸੁਖੀ ਹੋਣਾ ਆ, ਜੇ ਉੱਥੇ ਆ ਕੇ ਮੈਂ ਸੰਤ ਜਨਾਂ, ਕਿਉਂਕਿ ਪ੍ਰਭੂ ਨੂੰ ਮਿਲਣ ਦਾ ਰਸਤਾ ਹੀ ਸੰਗਤ ਹੈ, ਜੇ ਮੈਂ ਸੰਗਤ ਨਾਲ ਹੀ ਕੌੜੇ ਬਚਨ ਬੋਲਦਾ, ਫਿਰ ਜੇ ਮੈਂ ਆਪਣੇ ਆਪ ਨੂੰ ਦੁਖੀ ਸਮਝਦਾ, ਤੇ ਫਿਰ ਮੈਂ ਕਿਹੜੀ ਥਾਂ ਤੋਂ ਸੁਖ ਪ੍ਰਾਪਤ ਕਰਾਂਗਾ। ਦੀਨ ਕੀ ਨਿਆਈ ਮੈਂ ਬੇਨਤੀ ਕਰਾਂ, ਤਜ ਅਭਿਮਾਨ ਸ਼ਰਣੀ ਪਰੋਂ ਹਰ ਗੁਣ ਨਿਧ ਪਾਈ। ਆਪਣਾ ਅਭਿਮਾਨ, ਅਹੰਗ ਤਿਆਗ ਕੇ ਸੰਗਤ ਵਿੱਚ ਗੁਰੂ ਦੀ ਸ਼ਰਣੀ ਪਵਾਂ। ਇਹ ਭਾਵਨਾ ਸਤਿਗੁਰੂ ਜੀ ਕਹਿੰਦੇ ਕਿ ਨਾਲ ਪ੍ਰਭੂ ਦੇ ਗੁਣ ਗਾਏਗਾ, ਤੇ ਗੁਣ ਗਾ ਕੇ ਹੀ ਇਹ ਖਜ਼ਾਨਾ ਮਿਲੇਗਾ ਨਿਮਰਤਾ ਵਾਲਾ। ਜੇ ਇਕੱਲਾ ਸੰਗਤ ਵਿੱਚ ਆ ਜਾਣਾ ਜੀ, ਗੁਰਦੁਆਰੇ ਆਇਆ ਮੱਥਾ ਟੇਕਣ, ਮੱਥਾ ਟੇਕ ਕੇ ਚਲੇ ਜਾਣਾ, ਸੰਗਤ ਵਿੱਚ ਬਹਿਣਾ ਨਹੀਂ, ਫਿਰ ਗੁਣ ਤੇ ਗਾਏ ਹੀ ਨਹੀਂ ਪ੍ਰਭੂ ਦੇ। ਜਿਸ ਗੁਣਾਂ ਤੋਂ ਨਿਧ ਖਜ਼ਾਨਾ ਮਿਲਣਾ ਸੀ, ਕੀਰਤਨ ਤੋਂ, ਕਥਾ ਤੋਂ, ਵਿਚਾਰ ਤੋਂ, ਬਾਣੀ ਤੋਂ, ਇਹ ਤੂੰ ਕੀਤਾ ਨਹੀਂ, ਫਿਰ ਖਜ਼ਾਨਾ ਨਿਮਰਤਾ ਦਾ ਕਿੱਥੋਂ ਮਿਲੇਗਾ ਜੀ। ਸੰਗਤ ਵਿੱਚ ਆ, ਅਭਿਮਾਨ ਤਜ ਨੂੰ, ਅਭਿਮਾਨ ਨੂੰ ਤਿਆਗ, ਤੇ ਪ੍ਰਭੂ ਦੇ ਗੁਣ ਗਾ। ਅਵਲੋਕਨ ਪੁਨਹ ਪੁਨਹ ਕਰੋ ਜਨ ਕਾ ਦਰਸਾਰ, ਅੰਮ੍ਰਿਤ ਬਚਨ ਮਨ ਮਹਿ ਸਿੰਚੋ ਬੰਦੋ ਬਾਰ ਵਾਰ। ਅਵਲੋਕਨ ਕਹਿੰਦੇ ਦੇਖਣਾ, ਇੱਕ ਵਾਰ ਨਹੀਂ, ਰੋਜ਼ ਸੰਗਤ ਦੇ ਦਰਸ਼ਨ ਕਰ, ਸੰਤ ਜਨਾਂ ਦੇ ਦੀਦਾਰ ਕਰ। ਅਵਲੋਕਨ ਪੁਨਹ ਪੁਨਹ ਕਰੋ ਜਨ ਕਾ ਦਰਸਾਰ। ਜਨ ਕੌਣ ਹੈ? ਕੋਈ ਜਨ ਹਰਸਿਉ ਦੇਵੈ ਜੋਰ, ਜਿਹੜਾ ਰੱਬ ਨਾਲ ਜੋੜ ਸਕੇ। ਚਰਨ ਗਹੋਂ ਬਕੋਂ ਸ਼ੁਭ ਰਸਨਾ ਦੀਜੈ ਪ੍ਰਾਣ ਅਕੋਰ। ਇਹਨੂੰ ਕਿਹਾ ਤੈ ਸਾਹਿਬ ਕੀ ਬਾਤ ਜੇ ਆਖੈ ਕਹੋ ਨਾਨਕ ਕਿਆ ਦੀਜੈ, ਸੀਸ ਵੱਡੇ ਕਰ ਬੈਸਣ ਦੀਜੈ ਬਿਨ ਸਿਰ ਸੇਵ ਕਰੀ ਜੈ। ਇਹਨੂੰ ਸਾਹਿਬ ਜੀ ਕਹਿੰਦੇ ਬਾਰ-ਬਾਰ ਦੀਦਾਰ ਕਰੀਏ ਜਨ ਦਾ, ਪ੍ਰਭੂ ਦੇ ਜਨ ਜਿਹੜੇ ਨੇ। ਅੰਮ੍ਰਿਤ ਬਚਨ ਮਨ ਮਹਿ ਸਿੰਚੋ ਬੰਦੋਂ ਬਾਰ-ਬਾਰ। ਆਪਣੇ ਮਨ ਵਿੱਚ ਜਿਸ ਤਰ੍ਹਾਂ ਬੂਟਾ ਸੜ ਰਿਹਾ ਹੋਏ ਨਾ, ਤੇ ਉਹਨੂੰ ਪਾਣੀ ਪਾਓ ਤੇ ਉਹ ਫਿਰ ਨਰਵਾ ਹੋ ਜਾਂਦਾ ਹੈ। ਇਸ ਤਰ੍ਹਾਂ ਮਨ ਮੇਰਾ ਦੁੱਖਾਂ 'ਚ ਸੜ ਗਿਆ। ਅੰਮ੍ਰਿਤ ਬਚਨ ਜਿਹੜੇ ਨੇ ਉਹ ਨਿਰਮਲ ਜਲ ਹੈ ਮੇਰੇ ਮਨ ਲਈ, ਉਹਦੇ ਨਾਲ ਇਸ ਮਨ ਨੂੰ ਨਰੋਇਆ ਕਰ। ਅੰਮ੍ਰਿਤ ਬਚਨ ਮਨ ਮਹਿ ਸਿੰਚੋ, ਸਿੰਚੋ ਦਾ ਮਤਲਬ ਹੁੰਦਾ ਹੈ ਪਾਣੀ ਦੇਣਾ। ਬੰਦੋਂ ਬਾਰ-ਬਾਰ, ਬਾਰ-ਬਾਰ ਮੈਂ ਸੰਗਤ ਨੂੰ ਨਮਸਕਾਰ ਕਰਾਂ ਜੀ। ਚਿਤਵੋ ਮਨ ਆਸਾ ਕਰੋ ਜਨ ਕਾ ਸੰਗ ਮੰਗੋ, ਨਾਨਕ ਕੋ ਪ੍ਰਭ ਦਇਆ ਕਰ ਦਾਸ ਚਰਣੀ ਲਾਗੋ। ਮੇਰੇ ਮਨ ਦੇ ਅੰਦਰ ਇੱਕੋ ਇੱਕ ਆਸਾ ਹੈ, ਚਿਤਵੋਂ ਭਾਵ ਮੈਂ ਬਾਰ-ਬਾਰ ਚੇਤੇ ਕਰਾਂ। ਚਿਤਵੋਂ ਮਨ ਆਸਾ ਕਰੋ ਜਨ ਕਾ ਸੰਗ ਮੰਗੋ, ਕਿਉਂਕਿ ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਕਈ ਸਤਸੰਗੀ ਜਨ ਐਸੇ ਨੇ, ਰਾਤੀ ਸੌਣ ਲੱਗਿਆਂ ਅਰਦਾਸ ਕਰਕੇ ਸੌਂਦੇ ਨੇ, ਸੱਚੇ ਪਾਤਸ਼ਾਹ ਸਵੇਰੇ ਸਤਸੰਗ ਬਖਸ਼ਿਓ, ਸਵੇਰੇ ਗੁਰੂ ਘਰ ਜਾਣ ਦਾ ਉਦਮ ਬਖਸ਼ਿਓ, ਉਪਰਾਲਾ ਬਖਸ਼ਿਓ। ਇਹ ਬੰਦਨਾ, ਇਹ ਮਨ ਦੇ ਅੰਦਰ ਦਾ ਖਿਆਲ ਬਖਸ਼ਿਸ਼ ਭਰਪੂਰ ਜਨਾਂ ਦੇ ਹਿਰਦੇ 'ਚ ਵਾਹਿਗੁਰੂ ਵਰਤਾਉਂਦੇ ਨੇ। ਨਾਨਕ ਕਉ ਪ੍ਰਭ ਦਇਆ ਕਰ ਦਾਸ ਚਰਣੀ ਲਾਗੋਂ, ਮੋਕੋ ਕੀਜੈ ਦਾਸ ਦਾਸ ਦਾਸਨ ਕੋ, ਹਰ ਦਇਆ ਧਾਰ ਜਗਨਨਾਥਾ। ਤੁਹਾਡੇ ਤੱਕ ਪਹੁੰਚਣ ਦੀ ਮੇਰੀ ਔਕਾਤ ਨਹੀਂ। ਮੈਂ ਕਦੀ ਆਪਣੇ ਪਾਪਾਂ ਨੂੰ ਵੇਖਦਾ ਤੇ ਤੁਹਾਡੇ ਵੱਲ ਵੇਖਦਾ, ਕਦੀ ਮੈਂ ਆਪਣੇ ਮਾੜੇ ਕਰਮਾਂ ਨੂੰ ਵੇਖਦਾ, ਫਿਰ ਮੈਂ ਦੇਖਦਾ ਸੱਚੇ ਪਾਤਸ਼ਾਹ ਨੇ ਸੰਗਤ ਬਖਸ਼ੀ। ਮੈਂ ਕਿੰਨਾ ਭਾਗਾਂ ਵਾਲਾ ਮਹਿਸੂਸ ਕਰਦਾ ਕਿ ਮੇਰੇ ਕਰਮ ਦੁਹਾਗਣ ਵਾਲੇ ਸਨ, ਤੇ ਤਾਂ ਵੀ ਸਤਿਗੁਰੂ ਜੀ ਤੁਸੀਂ ਇਸ ਥਾਂ 'ਤੇ ਬੈਠਣ ਦਾ ਸੁਭਾਗ ਬਖਸ਼ਿਆ। ਪਰ ਉਹ ਸੁਭਾਗ ਇਹ ਹੈ ਕਿ ਮੈਂ ਸਤਸੰਗੀ ਜਨਾਂ ਦੇ ਨਾਲ ਬੈਠਾਂ, ਤੇ ਮੈਂ ਸਤਸੰਗੀ ਜਨਾਂ ਦੇ ਚਰਨੀ ਲੱਗਾ, ਉਹਨਾਂ ਨੂੰ ਨਮਸਕਾਰ ਕਰਾਂ,
ਕਿ ਉਹਨਾਂ ਦੇ ਬਖਸ਼ਿਸ਼ ਸਦਕੇ ਅਸੀਂ ਵੀ ਤਰ ਜਾਵਾਂਗੇ ਜੀ। ਸੋਹੀ ਮਹਿਲਾ ਪੰਜਵਾ, ਜਿਨ ਮੋਹਿ ਬ੍ਰਹਮੰਡ ਖੰਡ ਤਾਹੂ ਮਹਿ ਪਾਉ। ਰਾਖ ਲਿਓ ਇਹ ਬਿਖਈ ਜਿਉ, ਦੇਹੋ ਆਪਣਾ ਨਾਉ ਰਹਾਉ। ਇਹ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਦਾ ਸ਼ਬਦ ਹੈ ਔਰ ਗਾਹੇ ਬਗਾਹੇ ਇਹ ਸ਼ਬਦ ਆਪ ਹੁਕਮਨਾਮੇ ਰੂਪ ਦੇ ਵਿੱਚ ਵੀ ਸਰਵਣ ਕਰਦੇ ਹੋ। ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਹੈ, ਜਿਸ ਵਾਹਿਗੁਰੂ ਪਾਰਬ੍ਰਹਮ ਪਰਮੇਸ਼ਵਰ ਨੇ ਮਾਇਆ ਬਣਾਈ ਹੈ, ਉਸ ਬਣਾਈ ਹੋਈ ਮਾਇਆ ਨੂੰ ਕੋਈ ਜਿੱਤ ਨਹੀਂ ਸਕਦਾ। ਗੁਰੂ ਨਾਨਕ ਸਾਹਿਬ ਜੀ ਦਾ ਸ੍ਰੀ ਰਾਗ ਦੇ ਵਿੱਚ ਸ਼ਬਦ ਹੈ, ਅਛਲ ਛਲਾਈ ਨਹ ਛਲੈ, ਨਹ ਘਾਉ ਕਟਾਰਾ ਕਰ ਸਕੈ, ਜਿਉ ਸਾਹਿਬ ਰਾਖੈ ਤਿਉ ਰਹੈ, ਇਸ ਲੋਭੀ ਕਾ ਜੀਉ ਟਲ ਪਲੈ। ਇਹ ਲੋਭੀ ਮਨ ਨਾ ਕਦੀ ਟਿਕਦਾ ਨਹੀਂ, ਨਾ ਮਾਇਆ ਇਹਨੂੰ ਟਿਕਣ ਦਿੰਦੀ ਹੈ, ਤੇ ਇਸ ਮਾਇਆ ਨੇ ਸਾਰੇ ਖੰਡ ਤੇ ਬ੍ਰਹਿਮੰਡ ਸਭ ਨੂੰ ਵਸ ਕਰ ਲਿਆ। ਸੂਹੀ ਮਹੱਲਾ ਪੰਜਵਾਂ, ਜਿਨ ਜਿਸ ਨੇ ਮੋਹ ਲਏ ਨੇ ਬ੍ਰਹਮੰਡ ਖੰਡ, ਸਾਰੇ ਬ੍ਰਹਿਮੰਡਾਂ ਨੂੰ ਤੇ ਖੰਡਾਂ ਨੂੰ, ਤਾਹੂ ਮਹਿ ਪਾਊ, ਤੇ ਫਿਰ ਮੈਨੂੰ ਵੀ ਉਹਨੇ ਕਾਬੂ ਕੀਤਾ ਹੋਇਆ। ਸੱਚੇ ਪਾਤਸ਼ਾਹ ਮੈਂ ਕਿਵੇਂ ਬਚ ਜਾਵਾਂ? ਜਿਸ ਮਾਇਆ ਨੇ ਕੁਝ ਨਹੀਂ ਛੱਡਿਆ, ਧਨ ਸੁਹਾਗਣ ਮਾਂ ਪਵੀਤ, ਤਪੈ ਤਪੀਸਰ ਡੋਲੇ ਚੀਤ। ਵੱਡੇ ਵੱਡੇ ਤਪੀਆਂ ਨੂੰ ਜਿਸ ਮਾਇਆ ਨੇ ਡੁਲਾ ਕੇ ਰੱਖ ਦਿੱਤਾ, ਉਹਨੇ ਮੈਨੂੰ ਵੀ ਕਾਬੂ ਕੀਤਾ। ਤੇ ਬਚਾਉਣ ਵਾਲਾ ਮਾਧੋ ਹੈ, ਜਿਹੜਾ ਮਾਇਆ ਦਾ ਖਸਮ ਤੂੰ ਹੈ ਵਾਹਿਗੁਰੂ, ਬਚਾਉਣ ਵਾਲੇ ਤੁਸੀਂ ਹੋ, ਤੁਸੀਂ ਮੈਨੂੰ ਬਚਾ ਲਓ। ਰਾਖ ਲਿਓ ਇਹ ਬਿਖਈ ਜੀਓ, ਇਹ ਮਨ ਜ਼ਹਿਰੀ ਹੋ ਗਿਆ ਮਾਇਆ ਦੇ ਪ੍ਰਭਾਵ ਵਿੱਚ, ਇਸ ਜ਼ਹਿਰੀ ਮਨ ਨੂੰ ਬਚਾ ਲਓ। ਦੇਹ ਆਪਣਾ ਨਾਉ, ਆਪਣਾ ਨਾਮ ਬਖਸ਼ੋ ਜੀ। ਜਾਂ ਤੇ ਨਾਹੀ ਕੋ ਸੁਖੀ, ਤਾਂ ਕੈ ਪਾਛੈ ਜਾਉ। ਛੋੜ ਜਾਏ ਜੋ ਸਗਲ ਕਉ, ਫਿਰ ਲਪਟਾਓ। ਇੱਥੇ ਬਿੰਦੀ ਲਾ ਕੇ ਉਚਾਰਨ ਨਹੀਂ ਹੋਏਗਾ। ਜਾ ਜਿਸ ਤੇ, ਤਾ ਤਿਸ ਤੇ। ਜਿਸ ਮਾਇਆ ਤੋਂ ਕੋਈ ਸੁਖ ਪ੍ਰਾਪਤ ਕਰ ਹੀ ਨਹੀਂ ਸਕਦਾ, ਤੇ ਮੈਂ ਮੂਰਖ ਫਿਰ ਉਸ ਮਾਇਆ ਦੇ ਪਿੱਛੇ ਭਜਿਆ ਦੌੜਿਆ ਫਿਰਦਾ। ਵਕਤੀ ਤੌਰ ਤੇ ਸੁਖ ਮਿਲ ਜਾਏਗਾ ਸੰਸਾਰੀ 4 ਦਿਨਾਂ ਦਾ, ਫਿਰ ਉਸ ਤੋਂ ਬਾਅਦ ਅੰਦਰ ਦੀ ਬੇਚੈਨੀ ਕੌਣ ਦੂਰ ਕਰੇਗਾ? ਜੇ ਇਸ ਮਾਇਆ ਤੋਂ ਸਦਾ ਹੀ ਜੀਵਤ ਸਵਾਸ ਖਰੀਦੇ ਜਾ ਸਕਦੇ, ਜ਼ਿੰਦਗੀਆਂ ਖਰੀਦੀਆਂ ਜਾ ਸਕਦੀਆਂ, ਕਦੀ ਬੰਦਾ ਮਰੇ ਹੀ ਨਾ, ਤੇ ਫਿਰ ਤੇ ਸਿਕੰਦਰ ਵਰਗਾ ਕਦੀ ਨਾ ਮਰਦਾ ਜਿਹਨੇ ਸਾਰੀ ਸ੍ਰਿਸ਼ਟੀ ਨੂੰ ਜਿੱਤ ਲਿਆ। ਫਿਰ ਤੇ ਮਾਰ ਕੰਡੇ ਦਾ ਬਾਣੀ ਵਿੱਚ ਭਗਤ ਨਾਮਦੇਵ ਜੀ ਨੇ ਜ਼ਿਕਰ ਕੀਤਾ। ਵਿਦਵਾਨ ਵੱਡੇ ਵੱਡੇ ਜਿਨ੍ਹਾਂ ਕੋਲ ਸਿਆਣਪਾਂ ਸਨ, ਇਸ ਧਰਤੀ ਤੇ ਕੋਈ ਵੀ ਨਹੀਂ ਹੈ ਜਿਹੜਾ ਪ੍ਰਭੂ ਦੀ ਇਸ ਮਾਇਆ ਛਾਇਆ ਤੋਂ ਜਿੱਤ ਸਕੇ। ਤੇ ਅਸੀਂ ਸੋਚਦੇ ਹਾਂ ਸ਼ਾਇਦ ਇਹ ਮਾਇਆ ਮਿਲ ਜਾਏ ਤੇ ਪਰਮ ਸੁਖ ਮਿਲ ਜਾਏਗਾ। ਪਰਮ ਸੁਖ ਤੇ ਪ੍ਰਭੂ ਦੀ ਬੰਦਗੀ ਦੇ ਵਿੱਚ ਹੈ। ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ, ਸੋ ਸੁਖ ਰਾਜ ਨਾ ਲਹੀ ਹੈ। ਕਿੱਡੀ ਕਮਾਲ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ। ਪਿੱਛੇ ਪੜ੍ਹ ਕੇ ਆਏ ਸੀ, ਭਲੀ ਸੁਹਾਵੀ ਛਾਪਰੀ, ਜਾਂ ਮਹਿ ਗੁਣ ਗਾਏ, ਕਿਤ ਹੀ ਕਾਮਨਾ ਧੌਲ ਹਰ, ਜਿਤ ਹਰ ਬਿਸਰਾਏ। ਅਨੰਦ ਗਰੀਬੀ ਸਾਧ ਸੰਗ, ਜਿਤ ਪ੍ਰਭ ਚਿਤ ਆਏ। ਸੁਖ ਜਿਹੜਾ ਉਹ ਸੰਗਤ ਵਿੱਚ ਹੈ, ਤੇ ਸੁਖ ਇਸ ਮਾਇਆ ਕੁਲੈਣੀ ਨੇ ਸੰਗਤ ਤੁੜਵਾਤੀ। ਜਦ ਘੱਟ ਸੀ ਤੇ ਸੰਗਤ ਹੁੰਦੀ ਸੀ, ਹੁਣ ਜਿਉਂ-ਜਿਉਂ ਵਧਣੀ ਸ਼ੁਰੂ ਹੋਈ, ਆਲਸ, ਦਲਿੱਦਰਤਾ, ਵਿਕਾਰ, ਸ਼ੰਕੇ, ਮਨ ਦੇ ਅੰਦਰ ਦਲੀਲਾਂ, ਨਹੀਂ ਜੀ ਕੀ ਲੋੜ ਹੈ ਹੁਣ ਗੁਰੂ ਘਰ ਜਾਣ ਦੀ, ਸਭ ਕੁਝ ਹੈ। ਇਸ ਮਾਇਆ ਨੇ ਐਸਾ ਕੀਤਾ ਕਿ ਇਸ ਮਾਇਆ ਨੇ ਸਾਨੂੰ ਸਤਸੰਗ ਦੇ ਆਨੰਦ ਤੋਂ ਦੂਰ ਕਰ ਦਿੱਤਾ। ਫਿਰ ਹੌਲੀ ਹੌਲੀ ਸਾਨੂੰ ਪਤਾ ਹੀ ਨਹੀਂ ਲੱਗਿਆ, ਮਨ ਬੇਚੈਨ ਹੋਣਾ ਸ਼ੁਰੂ ਹੋ ਗਿਆ, ਘਰ ਵਿੱਚ ਕਲੇਸ਼ ਆਉਣੇ ਸ਼ੁਰੂ ਹੋ ਗਏ, ਘਰ ਦੇ ਵਿੱਚ ਦੁੱਖ ਹੋਣੇ ਸ਼ੁਰੂ ਹੋ ਗਏ, ਆਪਸੀ ਮਨ ਮੁਟਾਵ ਸ਼ੁਰੂ ਹੋ ਗਏ। ਹੁਣ ਅਸਲ ਦੇ ਵਿੱਚ ਇਹ ਦੁੱਖ, ਇਹ ਮਨ ਮੁਟਾਵ ਕੋਈ ਪੈਸੇ ਥੋੜ੍ਹੀ ਦੂਰ ਕਰ ਸਕਦੇ ਸੀ। ਜੇ ਕੀਤੇ ਜਾਂਦੇ ਤੇ ਫਿਰ ਬੇਅੰਤ ਹੀ ਬੇਅੰਤ ਇੱਥੇ ਬੈਠੇ ਹੋਏ ਨੇ। ਅਸਲ ਦੇ ਵਿੱਚ ਮਨ ਦਾ ਆਨੰਦ ਜਿਹੜਾ ਨਾ, ਹੁਣ ਜਿੰਨੇ ਅਸੀਂ ਜਿੰਨੇ ਵੱਡੇ ਨੇ, ਮਹਾਰਾਜ ਕਹਿੰਦੇ ਬੜੇ ਬੜੇ ਜੋ ਦੀਸੈਂ ਲੋਕ ਤਿਨ ਕੋ ਵਿਆਪੈ ਹੈ ਚਿੰਤਾ ਰੋਗ। ਜੇ ਇਸ ਮਾਇਆ ਹੀ ਨੇ ਸੁੱਖ ਦੇਣਾ ਹੁੰਦਾ, ਫਿਰ ਇੰਨੀਆਂ ਗੋਲੀਆਂ ਨੀਂਦ ਦੀ ਖਾ ਕੇ ਕਿਉਂ ਸੋਣਾ ਪੈਂਦਾ ਸਾਨੂੰ? ਸੱਚ ਤੇ ਇਹ ਹੈ, ਸੁੱਖ ਤੇ ਅੰਦਰ ਦਾ ਹੈ ਨਾ। ਉਸ ਪਰਮ ਸੁਖਨੀ ਪ੍ਰਾਪਤੀ ਦੇ ਲਈ ਮਹਾਰਾਜ ਕਹਿੰਦੇ ਉਹ ਗੁਰੂ ਦੀ ਸੰਗਤ ਹੈ, ਗੁਰੂ ਦਾ ਸ਼ਬਦ ਹੈ, ਮਨ ਦੀ ਅਡੋਲਤਾ ਹੈ। ਜਾਤੇ ਨਾਹੀ ਕੋ ਸੁਖੀ, ਤਾਕੈ ਪਾਛੈ ਜਾਉ।
ਜਿਸ ਤੋਂ ਕੋਈ ਸੁਖੀ ਨਹੀਂ, ਮੈਂ ਉਹਦੇ ਪਿੱਛੇ ਭੱਜੀ ਫਿਰਦਾ। ਉਹ ਹੈ ਮਾਇਆ। ਛੋੜ ਜਾਹੇ ਜੋ ਸਗਲ ਕੋ ਫਿਰ ਲਪਟਾਉ। ਜਿਸ ਮਾਇਆ ਜਿਹਦੀ ਕੋਈ ਕਾਬੂ ਹੀ ਨਹੀਂ, ਜਿਹਨੂੰ ਕੋਈ ਕਾਬੂ ਨਹੀਂ ਕਰ ਸਕਿਆ, ਨਾਲ ਨਹੀਂ ਫਸਾ ਸਕਿਆ, ਮੈਂ ਉਹਦੇ ਹੀ ਦੁਆਲੇ ਲਪਟਾਈ ਫਿਰਦਾ, ਉਹਨੂੰ ਕਾਬੂ ਕਰੀ ਫਿਰਦਾ। ਉਹ ਹੋਣਾ ਨਹੀਂ ਹੈ ਜੀ। ਕਰਹੁ ਕਿਰਪਾ ਕਰੁਣਾਪਤੇ, ਤੇਰੇ ਹਰ ਗੁਣ ਗਾਓ। ਨਾਨਕ ਕੀ ਪ੍ਰਭ ਬੇਨਤੀ, ਸਾਧ ਸੰਗ ਸਮਾਓ। ਕਿਰਪਾ ਕਰੋ ਮਹਾਰਾਜ ਜੀ, ਕਰੁਣਾਪਤੇ, ਮੇਰੇ ਬਖਸ਼ਿਸ਼ ਭਰਪੂਰ ਦਾਤੇ, ਤੇਰੇ ਹੀ ਮੈਂ ਗੁਣ ਗਾਵਾਂ। ਨਾਨਕ ਕੀ ਪ੍ਰਭ ਬੇਨਤੀ, ਸਾਧ ਸੰਗ ਸਮਾਓ। ਮੈਂ ਬੇਨਤੀ, ਗੁਰੂ ਨਾਨਕ ਸਾਹਿਬ ਬੇਨਤੀ ਕਰਦੇ ਨੇ ਸਾਡੇ ਲਈ ਕਿ ਜੇ ਸੁੱਖ ਹੈ ਤੇ ਸੰਗਤ ਵਿੱਚ ਹੈ। ਸੰਗਤ ਵਿੱਚ ਆਇਆ ਹੀ ਮਨ ਅਡੋਲ ਹੁੰਦਾ ਹੈ। ਚਲੋ ਹੋਰ ਕੁਝ ਨਹੀਂ, ਮਨ ਸਾਰਾ ਦਿਨ ਡੋਲਦਾ ਰਹੇ, ਪਰ ਘੜੀ ਦੋ ਘੜੀ ਤੇ ਮਨ ਦੇ ਅੰਦਰ ਆਸਰਾ ਮਿਲਦਾ ਗੁਰੂ ਕੋਲ ਆ ਕੇ। ਇਸ ਸੁੱਖ ਦੀ ਕੀਮਤ ਕੌਣ ਦੇ ਸਕਦਾ ਹੈ? ਲੱਖਾਂ ਕਰੋੜਾਂ ਵੀ ਦੇ ਕੇ ਇਹ ਸੁੱਖ ਨਹੀਂ ਪ੍ਰਾਪਤ ਕੀਤਾ ਜਾ ਸਕਦਾ। ਇਹ ਬੇਨਤੀ ਹੈ ਸਤਿਗੁਰ ਜੀ, ਦੁਨੀਆ ਦੀ ਜਿੰਨੀ ਮਰਜ਼ੀ ਦੌਲਤ ਸ਼ੌਹਰਤ ਮਿਲ ਜਾਏ, ਪਰ ਸਤ ਸੰਗਤ ਵਿੱਚ ਸੁਰਤ ਨੂੰ ਸਮਾਉਣ ਦਾ ਇਹ ਮੌਕਾ ਨਾ ਮੇਰੇ ਜੀਵਨ ਤੋਂ ਖੋਹ ਲਈ। ਮਾਇਆ ਰੱਜ ਰੱਜ ਕੇ ਮਿਲੇ ਸਭ ਨੂੰ, ਪਰ ਨਾਨਕ ਕੀ ਪ੍ਰਭ ਬੇਨਤੀ, ਸਾਧ ਸੰਗ ਸਮਾਉ। ਸੰਗਤ ਵਿੱਚ ਸਮਾਉਣ ਦੀ ਮੈਨੂੰ ਜੁਗਤ ਬਖਸ਼ਦੇ ਰਹਿਣਾ ਜੀ। ਰਾਗ ਸੋਹੀ ਮਹਿਲਾ ਪੰਜਵਾਂ, ਘਰ ਪੰਜਵਾਂ, ਪੜਤਾਲ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਪ੍ਰੀਤ ਪ੍ਰੀਤ ਗੁਰੀਆ ਮੋਹਨ ਲਾਲਨਾ, ਜਪ ਮਨ ਗੋਬਿੰਦ ਏਕੈ, ਅਵਰ ਨਹੀਂ ਕੋ ਲੇਖੈ। ਸੰਤ ਲਾਗ ਮਨਹਿ ਛਾੜ, ਦੁਬਦਾ ਕੀ ਕੁਰੀਆ ਰਹਾਉ। ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਪੜਤਾਲ ਹੈ, ਔਰ ਪੜਤਾਲ ਦੀ ਰੀਤ ਤੇ ਪਰੰਪਰਾ ਗੁਰੂ ਰਾਮਦਾਸ ਜੀ ਨੇ ਸ਼ੁਰੂ ਕੀਤੀ ਹੈ। ਗੁਰੂ ਰਾਮਦਾਸ ਜੀ ਦੇ ਸ਼ਬਦ ਸਾਨੂੰ ਪੜਤਾਲ ਵਿੱਚ ਮਿਲਦੇ ਨੇ। ਪੜਤਾਲ ਦਾ ਭਾਵ ਹੁੰਦਾ ਤਾਲ ਨੂੰ ਪਲਟ ਕੇ ਗਾਉਣਾ, ਪਲਟ ਤਾਲ, ਕਿ ਅੰਤਰਾ ਔਰ ਸਥਾਈ ਵੱਖ-ਵੱਖ ਹੁੰਦਾ ਹੈ। ਜੇ ਸਥਾਈ ਗਾਈ ਗਈ ਹੈ 3 ਤਾਲ ਦੇ ਵਿੱਚ, ਫਿਰ ਅੰਤਰਾ 1 ਤਾਲ ਵਿੱਚ ਹੋਏਗਾ। ਤਾਲਾਂ ਬਦਲ ਜਾਣਗੀਆਂ, ਉਹ 16 ਮਾਤਰਾ, ਉਹ 12 ਮਾਤਰਾ। ਜਾਂ ਫਿਰ ਇਹ ਸਥਾਈ ਰੂਪਕ ਵਿੱਚ ਹੋ ਜਾਏਗੀ, ਉਹ ਚੰਚਲ ਦੇ ਵਿੱਚ ਹੋ ਜਾਏਗੀ ਅੰਤਰਾ। ਜਾਂ ਬੜੇ ਬੋਲ ਹੋ ਜਾਣਗੇ ਖੁੱਲੇ ਬੋਲਾਂ 'ਚ, ਵੱਡੀ ਤਾਲ ਜਿਹਨੂੰ 4 ਤਾਲ ਕਹਿੰਦੇ ਆ, ਕਿ ਅੰਤਰਾ ਤੇ ਸਥਾਈ ਇਹਦੀਆਂ ਤਾਲ ਤੇ ਇਹਦੀ ਚਾਲ ਬਦਲਦੀ ਜਾਏਗੀ। ਰਾਗ ਸੂਹੀ ਮਹੱਲਾ ਪੰਜਵਾਂ, ਘਰ ਪੰਜਵਾਂ, ਪੜਤਾਲ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਪ੍ਰੀਤ ਪ੍ਰੀਤ ਗੁਰੀਆ ਮੋਹਨ ਲਾਲਨਾ, ਬੜਾ ਸੋਹਣਾ ਲਫ਼ਜ਼ ਬਣਾਇਆ ਗੁਰੀਆ, ਗੁਰੂ ਦੀ। ਇਸ ਸੰਸਾਰ 'ਚ ਸਾਰੀ ਪ੍ਰੀਤਾਂ ਮੈਂ ਵੇਖ ਲਈਆਂ, ਸਾਰੇ ਬੰਧਨ, ਸਾਰੇ ਮੋਹ, ਸਾਰੇ ਪ੍ਰੇਮ ਮੈਂ ਅਪਣਾ ਕੇ ਸਾਰਿਆਂ ਨੂੰ ਅਜ਼ਮਾ ਕੇ ਵੇਖ ਲਿਆ। ਜੇ ਕੋਈ ਪ੍ਰੀਤ ਇਸ ਧਰਤੀ 'ਤੇ ਸੱਚੀ ਹੈ ਤੇ ਉਹ ਸੱਚੀ ਪ੍ਰੀਤ ਗੁਰੂ ਦੀ ਹੈ, ਉਹ ਨਿਭਣ ਵਾਲੀ ਹੈ। ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਇਹਨੂੰ ਕਿਹਾ ਪ੍ਰੀਤ ਪ੍ਰੀਤ ਗੁਰੀਆ। ਪ੍ਰੀਤ ਪ੍ਰੀਤ 2 ਵਾਰੀ ਕਿਹਾ। ਸਾਰੀ ਪ੍ਰੀਤਾਂ ਵਿੱਚੋਂ ਸੱਚੀ ਪ੍ਰੀਤ ਗੁਰੂ ਦੀ ਹੈ। ਮੋਹਨ ਲਾਲ ਨਾ, ਕਿਉਂਕਿ ਮੋਹਨ ਲਾਲ ਪ੍ਰਭੂ ਸਭ ਤੋਂ ਸੋਹਣਾ ਹੈ, ਸਭ ਤੋਂ ਆਨੰਦਮਈ ਹੈ, ਸਭ ਤੋਂ ਵੱਡਾ ਸੁੱਖ ਦੇਣ ਵਾਲਾ ਹੈ। ਹੁਣ ਇੱਥੇ ਦੂਜੇ ਅਰਥ ਗੁਰੀਆ ਦੇ ਕੀਤੇ ਨੇ, ਗਰੂ ਵਾਲੇ, ਕਿਉਂਕਿ ਇੱਕ ਸ਼ਬਦ ਤੁਸੀਂ ਭੱਟਾਂ ਦੇ ਸਵਈਆਂ ਦਾ ਪੜ੍ਹਦੇ ਹੋ, ਗੁਰੂ ਮੁਖ ਦੇਖ ਗਰੂ ਸੁਖ ਪਾਇਓ, ਹੋਤੀ ਜੋ ਪਿਆਸ ਪੀਊਸ ਪਿਵਨ ਕੀ ਬਾਂਛਤ ਸਿੱਧ ਕੋ ਬਿਦ ਮਿਲਾਇਓ। ਇੱਥੇ ਗੁਰੀਆ ਲਫ਼ਜ਼ ਵੱਡੀ ਲਈ ਵੀ ਆਇਆ ਕਿ ਸਾਰੀ ਪ੍ਰੀਤੀਆਂ ਵਿੱਚੋਂ ਵੱਡੀ ਪ੍ਰੀਤੀ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਵਰ ਦੀ ਹੈ। ਮੋਹਨ, ਮਨ ਨੂੰ ਮੋਹ ਲੈਣ ਵਾਲੇ। ਲਾਲਨ, ਲਾਲਨ ਰਾਵਿਆ ਕਵਨ ਗਤੀਰੀ, ਸਖੀ ਬਤਾਵੋ ਮੁਝੇ ਮਤੀਰੀ। ਸੁਹਬ, ਸੁਹਬ ਸੂਬੀ, ਕਹਿੰਦੇ ਕਿਵੇਂ? ਕਹਿੰਦੇ ਪ੍ਰਭੂ ਦੇ ਰੰਗ ਦੇ ਵਿੱਚ ਰੱਤੀ ਤੇ ਜਾ। ਜੇ ਰੰਗ 'ਚ ਰੱਤੀ ਨਹੀਂ ਜਾਏਗੀ, ਕਦੀ ਵਾਹਿਗੁਰੂ ਨੂੰ ਬੁਲਾਇਆ ਹੀ ਨਹੀਂ ਪਿਆਰ ਨਾਲ, ਫਿਰ ਉਹਦੀ ਪ੍ਰੀਤ ਦਾ ਥੋੜ੍ਹੀ ਪਤਾ ਲੱਗੇਗਾ ਕਿਹੜੀ ਪ੍ਰੀਤ ਹੈ। ਪਾੜ ਪੜੂਸਨ ਪੂਛ ਲੈ ਨਾਮਾ, ਕਾਪੈ ਛਾਨ ਛਵਾਈਓ, ਤੋ ਪੈ ਦੁਗਣੀ ਮਜੂਰੀ ਦੇਵੋ ਮੋਕੋ ਬੇਡੀ ਦੇ ਬਤਾਈਓ। ਰੀ ਬਾਈ, ਬੇਡੀ ਦੇਨ ਨਾ ਜਾਈ, ਦਿੱਤੀ ਨਹੀਂ ਜਾ ਸਕਦੀ। ਕਿਉਂ? ਬੇਡੀ ਪ੍ਰੀਤ ਮਜੂਰੀ ਮੰਗ ਹੈ, ਇਹ ਪ੍ਰੀਤ ਮੰਗਦੀ ਹੈ। ਹੁਣ ਕਿਹੜਾ ਘਰ ਬਣਵਾ ਲਿਆ ਨਾਮਦੇਵ ਨੇ? ਕੋਈ ਬਾਹਰ ਦੀ ਕੋਠੀ ਥੋੜ੍ਹੀ ਪਵਾ ਲਈ ਸੀ,
ਉਹ ਘਰ ਸੀ ਹਿਰਦੇ ਦਾ ਅਡੋਲ ਘਰ। ਥਿਰ ਕਰ ਬੈਸੋ ਹਰਜਨ ਪਿਆਰੇ। ਗੁਆਂਢਣ ਕਹਿੰਦੀ ਕਿ ਤੇਰੇ ਘਰ 'ਚ ਨਾ ਕੋਈ ਦੁੱਖ, ਨਾ ਕੋਈ ਸੁੱਖ, ਨਾ ਕੋਈ ਹਨੇਰੀਆਂ, ਨਾ ਉਸਤਤ, ਨਾ ਨਿੰਦਾ। ਇੱਥੇ ਉਸਤਤ ਨਿੰਦਾ ਦੀਆਂ ਹਨੇਰੀਆਂ ਚੱਲਣ, ਜਿਸ ਤਰ੍ਹਾਂ ਬੰਦਾ ਘਰ ਵਿੱਚ ਬੈਠਿਆਂ ਵੀ ਅਡੋਲ ਹੁੰਦਾ ਨਾ, ਪ੍ਰਵਾਹ ਨਹੀਂ ਹੁੰਦੀ। ਭਾਵੇਂ ਇੱਥੇ ਮੀਂਹ ਪੈ ਜੇ, ਬਾਹਰ ਬੰਦਾ ਕਹਿੰਦਾ ਘਰੇ ਬੈਠੇ ਆ। ਇਸ ਤਰ੍ਹਾਂ ਭਗਤ ਨਾਮਦੇਵ ਉਸ ਅਵਸਥਾ 'ਚ ਬੈਠਾ, ਬਾਹਰ ਭਾਵੇਂ ਹਨੇਰੀਆਂ ਵਗ ਰਹੀਆਂ ਨੇ, ਉਸਤਤ ਨਿੰਦਾ ਦੀਆਂ, ਚੁਗਲੀ ਦੀਆਂ, ਦੁੱਖਾਂ ਦੀਆਂ, ਲੋਭ ਲਹਿਰ ਦਾ ਮੀਂਹ ਪੈ ਰਿਹਾ, ਤਾਂ ਵੀ ਨਾਮਦੇਵ ਅਡੋਲ ਹੈ। ਉਹ ਹੈ ਬੇਡੀ ਪ੍ਰੀਤ ਮਜੂਰੀ ਮੰਗ ਹੈ। ਇਹ ਪ੍ਰੀਤ ਦੀ ਬਖਸ਼ਿਸ਼ ਹੈ। ਜਪ ਮਨ ਗੋਬਿੰਦ ਏਕੈ। ਜੇ ਇਹ ਪ੍ਰੀਤ ਦ੍ਰਿੜ ਕਰਨੀ ਹੈ, ਗੁਰੂ ਅਰਜਨ ਸਾਹਿਬ ਕਹਿੰਦੇ ਉਸ ਵਾਹਿਗੁਰੂ ਨੂੰ, ਇੱਕ ਵਾਹਿਗੁਰੂ ਨੂੰ ਧਿਆ, ਅਵਰ ਨਹੀਂ ਕੋ ਲੇਖੈ। ਇਹ ਨਹੀਂ ਕਿ ਇੱਥੇ ਵੀ ਆ ਜਾਏ ਤੇ ਥਾਂ ਪਰ ਥਾਂ ਵੀ ਤੂੰ ਜਾਂਦਾ ਫਿਰੇ। ਨਹੀਂ, ਜੇ ਗੁਰੂ ਕੋਲ, ਸੱਚੇ ਕੋਲ ਆ ਗਏ ਨਾ, ਫਿਰ ਕਿਸੇ ਕੋਲ ਜਾਣ ਦੀ ਲੋੜ ਨਹੀਂ। ਸੱਚੇ ਕੋਲ ਸੱਚਾ ਹੀ ਇਹ ਸ਼ਾਹ ਮਾਰਗ ਹੈ, ਇਹ ਸੁੱਖ ਦੇਣ ਵਾਲਾ ਹੈ। ਅਵਰ ਨਹੀਂ ਕੋ ਲੇਖੈ, ਹੋਰ ਕੋਈ ਲੇਖਾ ਨਹੀਂ। ਅੱਛਾ, ਦੁਨੀਆ 'ਚ ਅਸੀਂ ਕੰਮ ਕਰਾਈਏ ਨਾ, ਕੋਈ ਇੱਕ ਬੰਦੇ ਨੂੰ ਕਹਿ ਦਈਏ ਕਿ ਭਰਾਵਾ ਮੇਰਾ ਕੰਮ ਕਰ ਦੇ, ਤੇ ਅਗਲਾ ਬੜਾ ਸਾਡਾ ਉਹ ਪ੍ਰੇਮ ਵਾਲਾ ਹੋਏ, ਉਹ ਕਹੇ ਕਿ ਮੈਂ ਕਰਾਵਾਂਗਾ ਕਿਸੇ ਤਰੀਕੇ ਦਾ, ਮਰਜ਼ੀ ਹੋਵੇ ਜਿਵੇਂ ਮਰਜ਼ੀ, ਮੈਂ ਯਤਨ ਕਰਾਂਗਾ। ਉਹ ਵਾਅਦਾ ਕਰ ਲੈ ਮੈਂ ਕਰਾਂਗਾ, ਤੇ 2 ਦਿਨਾਂ ਬਾਅਦ ਉਹਨੂੰ ਕਿਸੇ ਤੋਂ ਪਤਾ ਲੱਗੇ ਕਿ ਉਹ ਕੰਮ ਜਿਹੜਾ ਮੈਨੂੰ ਦਿੱਤਾ ਸੀ ਕਿਸੇ ਹੋਰ ਨੂੰ ਵੀ ਦੇ ਦਿੱਤਾ, ਤੇ ਕਿਸੇ ਤੋਂ ਸੁਣਨ ਮਿਲਿਆ ਓਏ ਭਰਾਵਾ ਉਹਨੇ ਮੈਨੂੰ ਕੰਮ ਕਿਹਾ। ਉਹ ਕਹਿੰਦਾ ਮੈਨੂੰ ਵੀ ਇਹ ਕੰਮ ਕਹਿ ਕੇ ਗਿਆ, ਤੈਨੂੰ ਮੈਂ ਉਹਨੂੰ ਕਿਹਾ ਸੀ। ਹੁਣ ਬੰਦੇ ਦਾ ਦਿਲ ਟੁੱਟ ਜਾਂਦਾ ਕਿ ਜਿਹੜੀ ਚੀਜ਼ ਮੈਨੂੰ ਕਹੀ, ਮੈਂ ਵਾਅਦਾ ਲਿਆ ਭਰਾਵਾ ਮੈਂ ਤੇਰਾ ਕੰਮ ਕਰਾਵਾਂਗਾ, ਨਹੀਂ ਤੇ ਤੈਨੂੰ ਕਿਸੇ ਬੰਨੇ ਲਾਵਾਂਗਾ। ਅਸੀਂ ਉਹੀ ਕੰਮ ਕਿਸੇ ਹੋਰ ਨੂੰ ਵੀ ਕਹਿ ਦਈਏ, ਤੀਜੇ ਨੂੰ ਵੀ ਕਹਿ ਦਈਏ, ਚੌਥੇ ਨੂੰ ਕਹਿ ਦਈਏ। ਜਦ ਬੰਦਾ ਬੰਦੇ ਤੋਂ ਨਾਰਾਜ਼ ਹੋ ਜਾਂਦਾ ਹੈ, ਤੇ ਗੁਰੂ ਕਿਵੇਂ ਨਾਰਾਜ਼ ਨਹੀਂ ਹੋਣਗੇ ਸਾਡੇ ਤੋਂ? ਅਸੀਂ ਕਿਉਂ ਗੁਰੂ ਦੀ ਖੁਸ਼ੀ ਲੈਣ ਤੋਂ ਵਾਂਝੇ ਰਹਿੰਦੇ ਹਾਂ? ਗੁਰੂ ਕੋਲ ਵੀ ਆ ਜਾਂਦੇ ਹਾਂ ਤੇ ਹੋਰ ਪਾਸੇ ਵੀ ਤੁਰ ਪਾਉਂਦੇ ਹਾਂ। ਇਹ ਨਹੀਂ, ਇੱਕ ਇੱਥੇ ਗੁਰੂ ਦਾ ਮਤਲਬ ਗੁਰੂ ਵੱਡਾ ਪਾਰ ਬ੍ਰਹਮ ਪਰਮੇਸ਼ਵਰ। ਜੇ ਪ੍ਰਭੂ ਕੋਲ ਆ ਜਾਣਾ, ਇੱਕ ਬੰਦਾ ਸਿੱਧਾ ਬਾਦਸ਼ਾਹ ਕੋਲ ਜਾ ਕੇ ਕਹੇ ਮੇਰਾ ਕੰਮ ਕਰਾ ਦੇ, ਬਾਦਸ਼ਾਹ ਕਹਿੰਦਾ ਬੇਪਰਵਾਹ ਹੋ ਜਾਏਗਾ, ਜਦ ਸਮਾਂ ਹੋਏਗਾ ਮੈਂ ਕਰਾ ਦਾਂਗਾ। ਫਿਰ ਉਹੀ ਬੰਦਾ ਵਜ਼ੀਰਾਂ ਨੂੰ ਕਹੇ, ਫਿਰ ਉਹੀ ਬੰਦਾ ਪ੍ਰਜਾ ਨੂੰ ਕਹੇ, ਫਿਰ ਉਹੀ ਬੰਦਾ ਜਾ ਕੇ ਬਾਦਸ਼ਾਹ ਦੇ ਨੌਕਰਾਂ ਨੂੰ ਕਹੇ ਕੰਮ ਕਰਾ ਦੇ, ਕੰਮ ਕਰਾ ਦੇ। ਨੌਕਰ ਤੇ ਕਹਿਣਗੇ ਕਰਾ ਦਾਂਗਾ, ਕਰਾ ਦਾਂਗਾ। ਬਾਦਸ਼ਾਹ ਕੋਲ ਫਿਰ ਜਾ ਕੇ ਨੌਕਰ ਕਹਿਣ ਭਈ ਇਹ ਕੰਮ, ਬਾਦਸ਼ਾਹ ਤੇ ਨਾਰਾਜ਼ ਹੋਏਗਾ ਨਾ ਫਿਰ, ਕਿ ਮੇਰੇ ਕੋਲ ਸਿੱਧੀ ਦਲੀਲ ਲਗਾ ਕੇ ਗਿਆ, ਪੀਲ ਲਾ ਕੇ ਗਿਆ, ਫਿਰ ਇਹ ਕਿੱਥੋਂ ਘੁੰਮ ਫਿਰ ਕੇ ਆਉਂਦਾ ਪਿਆ? ਮੇਰੇ ਬਣਾਈ ਮੇਰੀ ਪ੍ਰਜਾ ਸਾਰੀ ਹੈ, ਪਾਰ ਬ੍ਰਹਮ ਪਰਮੇਸ਼ਵਰ ਇੱਕ ਹੈ, ਬਾਕੀ ਸਭ ਉਹਦੇ ਬਣਾਏ ਹੋਏ ਨੇ। ਇਸ ਕਰਕੇ ਮਹਾਰਾਜ ਕਹਿੰਦੇ ਜਪ ਮਨ ਗੋਬਿੰਦ ਏਕ ਹੈ, ਅਵਰ ਨਹੀਂ ਕੋ ਲੇਖੈ। ਸੰਤ ਲਾਗ, ਸਾਧ ਸੰਗਤ ਦੇ ਵਿੱਚ ਜੁੜ, ਮਨਹਿ ਛਾੜ, ਮਨ ਦੇ ਵਿਕਾਰਾਂ ਨੂੰ ਛੱਡ। ਦੁਬਦਾ ਕੀ ਕੁਰੀਆ, ਇਹ ਜਿਹੜੇ ਕੁਰੀਆ, ਵੈਸੇ ਰਸਤੇ ਨੂੰ ਕਿਹਾ ਕਿ ਕੁਰੀਆ ਇੱਕ ਪਤਲੀ ਜੀ ਗਲੀ ਹੁੰਦੀ ਹੈ ਜਿਹਨੂੰ ਕਹਿੰਦੇ ਨਾ ਪਗਡੰਡੀ। ਆ ਦੁਬਦਾ ਵਾਲੀ ਪਗਡੰਡੀ ਛੱਡ ਦੇ ਕਿ ਇੱਧਰ ਵੀ ਉੱਧਰ ਵੀ ਚਲਾ ਜਾਵਾਂ, ਦੋਏ ਬੇੜੀਆਂ 'ਚ ਪੈਰ ਰੱਖ ਕੇ ਕੋਈ ਤਰਦਾ ਨਹੀਂ ਹੈ। ਇੱਕ ਸ਼ੀਸ਼ੇ ਵਿੱਚ ਮੂੰਹ ਦੇਖੋ ਤੇ ਚਿਹਰਾ ਦਿਸਦਾ, ਸ਼ੀਸ਼ੇ ਪਿੱਛੇ ਸ਼ੀਸ਼ਾ ਲਾ ਦਿਓ ਤੇ ਸੈਂਕੜੇ ਚਿਹਰੇ ਦਿਸਣੇ ਸ਼ੁਰੂ ਹੋ ਜਾਂਦੇ ਆ। ਜੇ ਇੱਕ ਰਸਤੇ ਤੇ ਬੰਦਾ ਤੁਰਿਆ ਹੋਇਆ, ਅੱਗੋਂ ਦੁਫਾੜ ਹੋ ਗਿਆ, ਰਸਤਾ ਦੁਰਾਹਾ ਹੋ ਗਿਆ, ਬੰਦਾ ਕਹੇ ਮੈਂ ਇੱਧਰ ਵੀ ਤੁਰਨਾ, ਮੈਂ ਇੱਧਰ ਵੀ ਤੁਰਨਾ, ਮੰਜ਼ਿਲ ਤੇ ਨਹੀਂ ਪਹੁੰਚੇਗਾ। ਇਸ ਕਰਕੇ ਦੁਬਦਾ ਕੀ ਕੁਰੀਆ, ਆ ਦੁਬਦਾ ਵਾਲਾ ਰਸਤਾ ਛੱਡ ਦੇ ਰਹਾਓ। ਨਿਰਗੁਣ ਹਰੀਆ ਸਰਗੁਣ ਧਈਆ, ਅਨੇਕ ਕੋਠਰੀਆ ਭਿੰਨ 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 ਕਰੀਆ। ਮਹਾਰਾਜ ਜੀ ਨੇ ਨਿਰਗੁਣ ਹਰੀਆ, ਹਰੀ ਵਾਹਿਗੁਰੂ ਨਿਰਗੁਣ ਹੀ ਹੈ। ਉਹ ਕੋਈ ਉਹਦੇ ਨਾਮ ਤੁਸੀਂ ਜਿੰਨੇ ਮਰਜ਼ੀ ਪਾ ਲਓ, ਉਹ ਨਿਰਗੁਣ ਹੀ ਹੈ। ਸਰਗੁਣ ਧਰੀਆ, ਤੇ ਜਿੰਨੇ ਅਸੀਂ ਪੂਜਦੇ ਫਿਰਦੇ ਹਾਂ, ਜਿੰਨੇ ਅਸੀਂ ਬਣਾਈ ਫਿਰਦੇ ਹਾਂ ਬਈ ਇਹ ਵੀ ਗੁਰੂ ਹੈ, ਇਹ ਵੀ ਗੁਰੂ ਹੈ, ਇਹ ਤੇ ਰੱਬ ਦੇ ਬਣਾਏ ਹੋਏ ਤ੍ਰੈ ਗੁਣ ਨੇ। ਇਹ ਤੇ ਰੱਬ ਦੇ ਹੀ ਧਾਰਨ ਕੀਤੇ ਹੋਏ ਨੇ, ਬਣਾਏ ਹੋਏ ਨੇ। ਧਰੀਆ ਉਹਨੇ ਬਣਾ ਕੇ ਰੱਖ ਦਿੱਤੇ। ਜਿਸ ਤਰ੍ਹਾਂ ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇਹ ਤੇ ਉਹਨੇ ਬਣਾ ਕੇ ਰੱਖ ਦਿੱਤੇ। ਸਰਗੁਣ ਧਰੀਆ, ਅਨਕ ਕੋਠਰੀਆ ਭਿੰਨ 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 ਖਰੀਆ। ਕਿੰਨੀਆਂ ਕੋਠੜੀਆਂ ਉਹਨੇ ਵੱਖ ਵੱਖ ਬਣਾਤੀਆਂ। ਏਕ ਸ਼ਿਵ ਭਏ, ਏਕ ਗਏ, ਏਕ ਫਿਰ ਭਏ। ਰਾਮਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ, ਪਰ ਬਣਾਉਣ ਵਾਲਾ ਤਾਂ ਇੱਕੋ ਹੀ ਹੈ ਨਾ। ਫਿਰ ਉਹਨੂੰ ਪੂਜ ਲੈ ਭਾਈ, ਏਕੋ ਹੈ ਭਾਈ, ਏਕੋ ਹੈ ਸਾਹਿਬ ਮੇਰਾ, ਏਕੋ ਹੈ। ਉਸ
ਪਾਰ ਬ੍ਰਹਮ ਪਰਮੇਸ਼ਵਰ ਨੇ ਭਿੰਨ ਭਿੰਨ ਦੀਆਂ ਇਹ ਕੋਠੀਆਂ ਬਣਾਈਆਂ, ਇਹ ਘਰ ਬਣਾਏ ਨੇ ਜੀ। ਵਿੱਚ ਮਨ ਕੋਟ ਵਰਿਆ ਨਿਜ ਮੰਦਰ ਪ੍ਰਿਆ ਤਹਾਂ ਆਨੰਦ ਕਰਿਆ ਨਹਿ ਮਰਿਆ ਨਹਿ ਜਰਿਆ। ਆਪਣੇ ਅੰਦਰ ਜਾ, ਹੁਣ ਆਪਣੇ ਮਨ ਦੇ ਅੰਦਰ ਦੀ ਖੋਜ ਕਰ। ਇਹ ਜਿਹੜੀ ਕੋਠੀ ਬਣਾਈ ਹੈ ਨਾ, ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ ਕਾਇਓ ਧੂਪ ਦੀਪ ਨਾਇ ਬੇਦਾ ਕਾਇਓ ਪੂਜੋ ਪਾਤੀ। ਸਿੱਧੀ ਜੀ ਗੱਲ ਕੀਤੀ। ਕਾਇਆ ਬਹੁ ਕੰਡ ਖੋਜਤੇ, ਕਹਿੰਦੇ ਮੈਂ ਖੋਜ ਲਈ ਹੈ, ਮੈਂ ਬਾਹਰ ਵੀ ਭੱਜ ਭੱਜ ਕੇ ਵੇਖ ਲਿਆ, ਕੁਝ ਨਹੀਂ ਮਿਲਿਆ। ਜਿਸ ਦਿਨ ਰੱਬ ਨੇ ਦੱਸਿਆ ਨਾ ਆਪਣੇ ਅੰਦਰ ਦੀ ਕਾਇਆ ਖੋਜ, ਆਪਣੇ ਅੰਦਰ ਧਿਆਨ ਲਾ ਕੇ ਜੁੜ, ਤੇਰੇ ਅੰਦਰੋਂ ਗੁਣ ਪ੍ਰਗਟ ਹੋਣਗੇ। ਉਸ ਦਿਨ ਮੇਰੇ ਅੰਦਰੋਂ ਮੇਰੀ ਕਾਇਆ ਹੀ ਮੇਰਾ ਮੰਦਰ, ਦੇਵਾ ਜਿਹਨੂੰ ਕਿਹਾ ਦੇਵਲ, ਮੇਰੀ ਕਾਇਆ ਹੀ ਮੇਰੇ ਲਈ ਦੇਵਤਾ ਹੈ, ਮੇਰਾ ਇਸ਼ਟ ਹੈ। ਇਹਨੂੰ ਹੀ ਧਿਆਉਣਾ, ਇਹਦੇ ਅੰਦਰ ਹੀ ਰੱਬ ਦਾ ਸਿਮਰਨ ਕਰਨਾ ਹੈ। ਜੇ ਇਹਦੀ ਉਮਰ ਲੰਘ ਗਈ, ਜੇ ਇਹਦੀ ਤਾਕਤ ਮੁੱਕ ਗਈ ਤੇ ਫਿਰ ਕਿਵੇਂ ਟਿਕ ਜਾਏਗਾ। ਕਾਇਓ ਜੰਗਮ ਜਾਤੀ, ਮੈਂ ਬਾਹਰ ਦੇ ਕੋਈ ਜੰਗਮ ਨਹੀਂ। ਕਾਇਓ ਧੂਪ ਦੀਪ ਨਏ ਬੇਦਾ, ਨਾ ਮੈਂ ਕੋਈ ਬਾਹਰ ਦੀ ਧੂਪ ਦੀਪ ਨਾ ਨਾਏ ਬੇਦਾ। ਮੈਂ ਹੁਣ ਅੰਦਰ ਨੂੰ ਸਵਾਰਦਾ। ਭਾਂਡਾ ਧੋਏ ਬੈਸ ਧੂਪ ਦੇਵੋਂ ਤਉ ਦੂਦੇ ਕੋ ਜਾਵੋਂ। ਇਸ ਭਾਂਡੇ ਨੂੰ ਪਵਿੱਤਰ ਕਰਦਾ, ਇਸ ਕੋਠੜੀ ਨੂੰ। ਇਹਨੂੰ ਕਿਹਾ ਕਿ ਵਿੱਚ ਮਨ ਕੋਟ ਵਰੀਆ, ਇਸ ਕੋਠੜੀ ਦੇ ਵਿੱਚ ਮਨ ਹੈ। ਨਿਜ ਮੰਦਰ ਪ੍ਰਿਆ, ਇਸ ਘਰ ਮੰਦਰ ਦੇ ਵਿੱਚ ਫਿਰ ਪ੍ਰਭੂ ਪ੍ਰਗਟ ਹੋਏਗਾ। ਤਹਾਂ ਆਨੰਦ ਕਰੀਆ ਨਹ ਮਰੀਆ ਨਹ ਜਰੀਆ, ਨਾ ਫਿਰ ਕੋਈ ਮੌਤ ਹੈ ਤੇ ਨਾ ਜਰੀਆ, ਜਿਹਨੂੰ ਕਿਹਾ ਬੁਢੇਪੇ ਦੇ ਦੁੱਖ ਨੇ, ਭਾਵ ਕਿ ਕੋਈ ਰੋਗ ਸੋਗ ਨਹੀਂ ਸਤਾਉਂਦਾ ਜੀ। ਕੀਰਤਨ ਜੁਰੀਆ ਬਹੁ ਬਿਦ ਫਿਰਿਆ ਪਰ ਕੋ ਹਿਰਿਆ ਬਿਖਨਾ ਘਿਰਿਆ ਅਬ ਸਾਧੂ ਸੰਗ ਪਰਿਆ। ਇਸ ਕਰਕੇ ਕੀਤੇ ਹੋਏ ਜਗਤ ਸੰਸਾਰ ਦੇ ਮੋਹ ਦੇ ਵਿੱਚ। ਹੁਣ ਕੀਰਤਨ ਦਾ ਮਤਲਬ ਹੁੰਦਾ ਹੈ, ਕੀਰਤਨ ਨਹੀਂ ਹੈ, ਕੀਰਤਨ ਹੈ। ਕਿਰਤ ਦੇ ਕੀਤੇ ਹੋਏ ਕਰਮ, ਕਿਰਤ ਪਲੱਸ ਕਰਮ, ਕੀਤੇ ਹੋਏ ਕਰਮਾਂ ਕਰਕੇ ਜਿਹੜੇ ਸਾਡੇ ਸੁਭਾਅ ਬਣ ਜਾਂਦੇ ਹੈ, ਉਹਨਾਂ ਸੁਭਾਵਾਂ ਕਰਕੇ ਅਸੀਂ ਫਿਰ ਉਜੜ ਪੈਂਦੇ ਹਾਂ। ਇਨਸਾਨ ਦੇ ਸਰੀਰਿਕ ਜਿਹੜੇ ਮੋਹ ਮਾਇਆ ਦੇ ਗਫਲਤ ਰੂਪੀ ਕਰਮ ਨੇ ਨਾ, ਉਹ ਬੰਦਾ ਬਾਰ-ਬਾਰ ਉੱਥੇ ਹੀ ਬਾਰ-ਬਾਰ ਮਾਇਆ ਪੈ ਅਟਕੇ। ਇੱਕ ਵਾਰੀ ਕੀਤੀ ਹੋਈ ਚੋਰੀ ਦੁਬਾਰਾ ਚੋਰੀ ਕਰਨ ਵਾਸਤੇ ਮਜਬੂਰ ਕਰਦੀ ਹੈ। ਇਹਨੂੰ ਕੀ ਹੈ? ਕੀਰਤਨ, ਕਿ ਕਿਰਤ ਦੇ ਕੀਤੇ ਹੋਏ ਕਰਮ ਦ੍ਰਿੜ ਹੋ ਗਏ। ਝੂਠ ਬੋਲਣ ਵਾਲਾ ਬੰਦਾ ਵਾਰ-ਵਾਰ ਝੂਠ ਬੋਲਦਾ ਹੈ, ਚੋਰੀ ਕਰਨ ਵਾਲਾ ਬਾਰ-ਬਾਰ। ਕਰਮ ਪੱਕ ਜਾਣਾ। ਕੀਰਤਨ ਜੁਰੀਆ ਬਹੁ ਬਿਦ ਫਿਰਿਆ, ਇਹਨਾਂ ਕਰਕੇ ਮੇਰਾ ਮਨ ਪਾਪਾਂ ਵਿੱਚ ਜੁੜਿਆ ਪਿਆ। ਬਾਰ-ਬਾਰ ਪਾਪ ਕਰ ਕਰਕੇ ਬਾਰ-ਬਾਰ ਮਨ ਪਾਪ ਕਰਦਾ ਹੈ। ਬਹੁ ਬਿਦ ਫਿਰਿਆ, ਕਿੰਨੇ ਧੱਕੇ ਖਾ ਲਏ। ਬਹੁ ਬਿਦ ਫਿਰਿਆ ਦਾ ਮਤਲਬ ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ। ਪਰ ਕਉ ਹਿਰਿਆ, ਪਰਾਇਆ ਧਨ ਹੀ ਮੈਂ ਦੇਖਦਾ ਰਹਿੰਦਾ, ਪਰ ਧਨ ਤੇ ਪਰ ਤਨ ਵੱਲ ਮੇਰੀ ਤ੍ਰਿਸ਼ਨਾ ਤੇ ਮੇਰੀ ਨਜ਼ਰਾਂ ਹੁੰਦੀ ਹੈ। ਬਿਖਨਾ ਘਿਰਿਆ, ਜ਼ਹਿਰ ਦਾ ਘਿਰਿਆ ਪਿਆ। ਅਬ ਸਾਧੂ ਸੰਗ ਪਰਿਆ, ਹਰ ਦੁਆਰੈ ਖਰੀਆ। ਹੁਣ ਇਹ ਸਰਵਣ ਕਰੋ ਜੀ। ਹੁਣ ਸਾਧ ਸੰਗਤ ਦੀ ਮੈਂ ਸ਼ਰਨ ਆਇਆ, ਤੇ ਇਸ ਦਰ ਤੇ ਜਿਹ ਦਰ ਆਵਤ ਜਾਤ ਹੋ, ਹਟਕੈ ਨਾਹੀ ਕੋਏ। ਸੋ ਦਰ ਕੈਸੇ ਛੋੜੀਐ ਜੋ ਦਰ ਐਸਾ ਹੋਏ। ਇਹ ਕਿੰਨਾ ਸੋਹਣਾ ਮਹਾਰਾਜ ਜੀ ਨੇ ਕਾਵ ਰਚਨਾ ਬਣਾਈ। ਸਰਵਣ ਕਰੋ ਜੀ। ਦਰਸ਼ਨ ਕਰਿਆ ਨਾਨਕ ਗੁਰ ਮਿਰਿਆ, ਬਹੁਰ ਨਾ ਫਿਰਿਆ। ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਹਰ ਦੁਆਰੈ ਖਰੀਆ, ਤੇਰੇ ਦਰ ਤੇ ਆਇਆ, ਸਗਲ ਦੁਆਰ ਕੋ ਛਾੜ ਕੇ ਗਏ ਹੋ ਤੁਹਾਰੋ ਦੁਆਰ। ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਤੁਹਾਡੇ ਦਰ ਤੇ ਖੜਾ, ਦਰਸ਼ਨ ਕਰੀਆ, ਦੀਦਾਰ ਕੀਤੇ ਨੇ ਤੇ ਮਨ ਰੱਜ ਗਿਆ। ਨਾਨਕ ਗੁਰ ਮਿਰਿਆ, ਨਾਨਕ ਗੁਰੂ ਨਾਨਕ ਸਾਹਿਬ ਮਹਾਰਾਜ ਗੁਰੂ ਮਿਲਿਆ ਵਿਚੋਲਾ। ਬਹੁਰ ਨਾ ਫਿਰਿਆ, ਹੁਣ ਬਾਰ-ਬਾਰ ਫਿਰਨ ਦੀ ਲੋੜ ਨਹੀਂ। ਹੁਣ ਸੂਰਜ ਕਿਰਨ ਮਿਲੇ। ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਇਹ ਕਲਾ ਵਰਤਾਉਂਦੇ ਗੁਰੂ ਸਾਹਿਬ ਜੀ। ਸੋਈ ਮਹਿਲਾ ਪੰਜਵਾ, ਰਾਸ ਮੰਡਲ ਕੀਨੋ ਆਖਾਰਾ। ਸਗਲੋ ਸਾਜ ਰਖਿਓ ਪਾਸਾਰਾ ਰਹਾਓ। ਸਤਿਗੁਰੂ ਜੀ ਨੇ ਇਹ ਰਾਸ ਮੰਡਲ ਦਾ ਅਖਾੜਾ ਬਣਾਇਆ ਹੋਇਆ ਹੈ। ਸੂਹੀ ਮਹੱਲਾ ਪੰਜਵਾਂ, ਸਿਰਲੇਖ ਉੱਤੇ 45 ਚੱਲ ਰਿਹਾ ਜੀ। ਰਾਸ ਮੰਡਲ ਕੀਨੋ ਆਖਾੜਾ, ਇਹ ਰਾਸ ਮੰਡਲ ਬਣਾਈ ਹੈ, ਰਸ ਲੀਲਾ ਖੇਡ ਬਣਾਈ ਹੈ। ਰਾਸ ਮੰਡਲ ਦਾ ਮਤਲਬ ਖੇਡ ਹੈ। ਇੱਥੇ ਅਸੀਂ ਜੰਮਣਾ, ਮਰਨਾ, ਮਰ ਕੇ ਫਿਰ ਜੰਮਣਾ,
ਫਿਰ ਮੋਹ ਦੇ ਵਿੱਚ ਪੈ ਜਾਣਾ ਹੈ। ਪਰ ਕੋਈ ਬਿਰਲਾ ਇਸ ਖੇਡ ਨੂੰ ਜਿੱਤਦਾ ਹੈ। ਇਸ ਖੇਡ ਦੇ ਵਿੱਚ ਹੁਣ ਜਿਸ ਤਰ੍ਹਾਂ ਮਹਾਰਾਜ ਜੀ ਦਾ ਇਹ ਬਚਨ ਚੇਤੇ ਕਰੀਏ ਕਿ ਜਿਸ ਤਰ੍ਹਾਂ ਅਸੀਂ ਸੁਨਿਆਰ ਕੋਲ ਜਾਈਏ ਨਾ, ਵੱਖ ਵੱਖ ਉਹਨੇ ਵੰਨ ਸੁਵੰਨੇ ਗਹਿਣੇ ਬਣਾਏ ਹੁੰਦੇ ਆ, ਪਰ ਸੁਨਿਆਰ ਨੂੰ ਗਹਿਣਿਆਂ ਦੇ ਨਾਲ ਨਹੀਂ ਹੁੰਦਾ। ਉਹਨੂੰ ਤੇ ਪਤਾ ਹੈ ਗਹਿਣਾ ਬਣ ਜਾਏਗਾ, ਉਹਨੂੰ ਇਹ ਹੁੰਦਾ ਕਿ ਕਿੰਨਾ ਕੁ ਕੈਰਟ ਗੋਲਡ ਹੈ, ਸੋਨਾ ਕਿਹੜਾ ਹੈ। ਉਹਦੇ ਲਈ ਤੇ ਸਾਰਾ ਸੋਨਾ ਹੀ ਹੈ। ਉਹਦੇ ਲਈ ਤੇ ਕੋਈ ਇਹ ਅਲੰਕਾਰ ਮਿਲ ਥੈਲੀ ਹੋਈ ਹੈ ਜਾਂ ਤੇ ਕਨਕ ਵਖਾਣੀ। ਹੁਣ ਹਾਂ ਅਸੀਂ ਇੱਕ ਪ੍ਰਭੂ ਦੀ ਜੋਤ, ਵਾਹਿਗੁਰੂ ਲਈ ਜੋਤ ਹੀ ਹਾਂ, ਪਰ ਅਸੀਂ ਆਪਣੇ ਆਪ ਨੂੰ ਵੱਖ-ਵੱਖ ਸਮਝੀ ਫਿਰਦੇ ਹਾਂ। ਮੈਂ ਸ਼ਾਹੂਕਾਰ ਹਾਂ, ਮੈਂ ਦੌਲਤਮੰਦ ਹਾਂ, ਮੈਂ ਫਲਾਣਾ, ਮੈਂ ਢਿੰਕਣਾ। ਖੇਡ ਚੱਲ ਰਹੀ ਹੈ, ਖੇਡ ਵਿੱਚ ਅਸੀਂ ਮੰਦਾ ਚੰਦਾ ਕਰਦੇ ਹਾਂ, ਦੁਸ਼ਮਣੀ ਦੋਸਤੀ ਕਰ ਲੈਂਦੇ ਹਾਂ। ਹੁਣ ਜਿੰਨਾ ਮਰਜ਼ੀ ਦੇਸ਼ਾਂ ਦਾ ਵੈਰ ਹੋ ਜਾਏ, ਜਦ ਦੋ ਟੀਮਾਂ ਭਿੜਦੀਆਂ ਨੇ ਨਾ ਮੈਦਾਨ ਦੇ ਵਿੱਚ, ਖੇਡਦੀਆਂ ਨੇ ਖੇਡ, ਤੇ ਨਾਲ ਸਾਰੇ ਜਿਹੜੇ ਆਡੀਅנס ਬੈਠੇ ਹੁੰਦੇ ਆ ਉਹ ਬੜਾ ਚੀਅਰ ਅਪ ਕਰਦੇ ਆ। ਕੋਈ ਆਪਣੇ ਦੇਸ਼ ਨੂੰ ਚੀਅਰ ਅਪ ਕਰ ਰਿਹਾ ਹੁੰਦਾ, ਕੋਈ ਆਪਣੇ, ਤੇ ਇੱਕ ਦੂਸਰਿਆਂ ਨਾਲ ਲੜ ਵੀ ਪੈਂਦੇ ਆ। ਪਰ ਜਿਹੜੇ ਪਲੇਅਰਸ ਨੇ ਉਹ ਖੇਡ ਰਹੇ ਨੇ ਇੱਕ ਦੂਸਰੇ ਦੇ ਖਿਲਾਫ, ਪਰ ਉਹਨਾਂ ਨੇ ਖੇਡ ਤੋਂ ਬਾਅਦ ਇਕੱਠਾ ਖਾਣਾ, ਇੱਕੋ ਹੀ ਥਾਂ ਤੇ ਬੈਠ ਕੇ ਖਾਣਾ। ਉਹਨਾਂ ਨੇ ਫਿਰ ਹੱਸਣ ਖੇਡਣ ਲੱਗ ਜਾਣਾ। ਉਹ ਖੇਡ ਦੇ ਮੈਦਾਨ ਦੇ ਵਿੱਚ ਇੱਕ ਦੂਸਰੇ ਦੇ ਵੈਰੀ ਦਿਸਦੇ ਨੇ, ਪਰ ਜਦ ਉਹ ਆਪਣੇ ਭਾਵ ਪਹੁੰਚਣਗੇ ਥਾਂ ਤੇ ਜਿੱਥੇ ਭੋਜਨ ਹੈ, ਜਿੱਥੇ ਇਕੱਠੇ ਬਹਿਣਾ, ਉੱਥੇ ਸਾਰੇ ਇਕੱਠੇ ਨੇ। ਇੱਥੇ ਮਹਾਰਾਜ ਨੇ ਖੇਡ ਬਣਾਇਆ, ਮੇਰੇ ਪ੍ਰਭ ਸਾਚੇ ਇੱਕ ਖੇਲ ਰਚਾਇਆ, ਕੋਈ ਨਾ ਕਿਸੀ ਜਿਹਾ ਪਾਇਆ। ਜਾਂ ਇਸ ਤਰ੍ਹਾਂ ਕਹਿ ਲਈਏ ਕਿ ਬਿਰਖੇ ਹੇਠ ਸਭ ਜੰਤ ਇਕੱਠੇ, ਇੱਕ ਤੱਤੇ ਇੱਕ ਬੋਲਣ ਮਿੱਠੇ, ਅਸਤ ਅਦੋਤ ਭਇਓ ਭਇਆ ਉੱਠ ਚੱਲੇ। ਮਹਾਰਾਜ ਕਹਿੰਦੇ ਇਹ ਤੇ ਉਹਦੇ ਹੁਕਮ ਵਿੱਚ ਖੇਡਾਂ ਚੱਲ ਰਹੀਆਂ ਨੇ। ਖੇਡ ਖੇਡ ਸਮਝੀਏ, ਖੇਡ ਵਿੱਚ ਦੋਸਤੀ ਦੁਸ਼ਮਣੀ ਇਹ ਚੀਜ਼ਾਂ ਵੈਰ, ਜ਼ਿੰਦਗੀ ਦੇ ਉਮਰਾਂ ਦੇ ਵੈਰ ਨਾ ਕਮਾ ਲਈਏ। ਇਹ ਖੇਡ ਹੀ ਹੈਗੀ ਉਸ ਵਾਹਿਗੁਰੂ ਨੇ ਬਣਾਈ। ਕਿਸੇ ਨੂੰ ਨਿੰਦਾ ਕਰਨ ਲਾਤਾ ਤੇ ਸਮਝ ਜਾਈਏ ਇਹ ਵਾਹਿਗੁਰੂ ਦਾ ਲਾਇਆ ਹੋਇਆ, ਕਿਸੇ ਨੂੰ ਉਸਤਤ ਲਾਤਾ ਤੇ ਇਹ ਵੀ ਸਮਝ ਜਾਈਏ ਉਹਦਾ। ਇਸ ਕਰਕੇ ਰਸ ਮੰਡਲ ਕੀਨੋ ਅਖਾਰਾ, ਸਗਲੋ ਸਾਜ ਰੱਖਿਓ ਪਸਾਰਾ। ਇਹ ਸਾਰੀ ਸ੍ਰਿਸ਼ਟੀ ਦੇ ਵਿੱਚ ਸਾਰਾ ਪਸਾਰਾ ਵਾਹਿਗੁਰੂ ਨੇ ਸਾਜ ਕੇ ਰੱਖਿਆ ਹੈ। ਰਹਾਓ ਬਹੁ ਬਿਦ ਰੂਪ ਰੰਗ ਆਪਾਰਾ, ਪੇਖੈ ਖੁਸ਼ੀ ਭੋਗ ਨਹੀਂ ਚਾਰਾ ਨਹੀਂ ਹਾਰਾ। ਹਾਂਜੀ, ਸਭ ਰਸ ਸਭ ਰਸ ਲੈਤ ਬਸਤ ਨਿਰਾਰਾ। ਬੜੇ ਰੂਪ ਰੰਗ ਬਣਾਤੇ ਅਪਾਰ, ਪੇਖੈ ਖੁਸ਼ੀ ਭੋਗ ਨਹੀਂ ਹਾਰਾ। ਵੇਖ ਵੇਖ ਕੇ ਅੱਖਾਂ ਰਜੀਆਂ ਨੇ, ਅੱਖੀਂ ਦੇਖਣਾ ਰਜੀਆਂ ਬਹੁ ਰੰਗ ਤਮਾਸ਼ੇ। ਇਹ ਰਜਦੀਆਂ ਨੇ, ਕਦੀ ਨਹੀਂ ਰੱਜ ਸਕਦੀਆਂ। ਮਹਾਰਾਜ ਕਹਿੰਦੇ ਇਹ ਬੰਦਾ ਵੇਖ ਵੇਖ ਕੇ ਪੇਖਾ ਖੁਸ਼ੀ ਭੋਗ ਨਹੀਂ ਹਾਰਾ, ਭੋਗ ਭੋਗ ਕੇ ਕਦੀ ਥਕਦਾ ਨਹੀਂ ਹੈ। ਸਭ ਰਸ ਲੈਤ ਬਸਤ ਨਿਰਾਰਾ, ਪਰ ਉਹ ਪਾਰ ਬ੍ਰਹਮ ਪਰਮੇਸ਼ਵਰ ਸਾਰੇ ਰਸ ਲੈ ਕੇ ਵੀ ਨਿਰਾਰਾ ਹੈ। ਸਾਡੇ ਵਿੱਚੋਂ ਹੀ ਉਹ ਰਸ ਲੈ ਰਿਹਾ। ਆਪੇ ਰਸੀਆ ਆਪ ਰਸ, ਆਪੇ ਰਾਮਣਹਾਰ। ਉਹੀ ਹੈ, ਆਪੇ ਹੋਵੇ ਚੋਲੜਾ, ਆਪੇ ਸੇਜ ਪਤਾਰ। ਉਹ ਆਪ ਹੀ ਹੈ। ਆਪੇ ਮਾਛੀ ਮਛਲੀ, ਆਪੇ ਪਾਣੀ ਜਾਲ, ਆਪੇ ਜਾਲ ਮੜਕੜਾ, ਆਪੇ ਅੰਦਰ ਲਾਲ। ਕਮਾਲ ਹੈ। ਭੋਗ ਵੀ ਉਹ ਆਪ ਹੈ, ਭੋਗਣ ਵਾਲਾ ਵੀ ਉਹ ਆਪ ਹੈ। ਜਿਸ ਰੂਪ ਦੇ ਵਿੱਚ ਉਹ ਭੋਗ ਰਿਹਾ ਉਹ ਵੀ ਕਮਾਲ ਹੈ। ਸਭ ਕੁਛ, ਪਰ ਇਹ ਸਾਰਾ ਕੁਝ ਕਰਕੇ ਵੀ ਵਾਹਿਗੁਰੂ ਨਿਰਾਰਾ ਹੈ ਜੀ। ਬਰਨ ਚਿਹਨ ਨਾਹੀ ਮੁਖ ਨਾਮਾ ਸਾਰਾ, ਕਹਿਨ ਜਾਈ ਖੇਲ ਤੁਹਾਰਾ। ਨਾਨਕ ਰੇਣ ਸੰਤ ਚਰਨਾਰਾ। ਹੁਣ ਇੱਥੇ ਜ਼ਿਕਰ ਕੀਤਾ ਮਸਾਰਾ ਲਫ਼ਜ਼, ਬਰਨ ਚਿੰਨ ਨਾਹੀ ਮੁਖ ਨਾ ਮਸਾਰਾ। ਮਸਾਰਾ ਲਫ਼ਜ਼ ਹੈ ਫਾਰਸੀ ਦਾ, ਦਾੜੀ ਨੂੰ ਕਿਹਾ ਗਿਆ। ਕਹਿੰਦੇ ਨਾ ਤੇਰਾ ਕੋਈ ਬਰਨ ਹੈ, ਨਾ ਕੋਈ ਚਿੰਨ ਹੈ, ਨਾ ਕੋਈ ਮੁਖ ਹੈ, ਨਾ ਕੋਈ ਚਿੰਨ ਹੈ। ਕਹਿਣ ਨਾ ਜਾਈ ਖੇਲ ਤੁਮਾਰਾ। ਕਿੱਥੇ ਤੂੰ ਵਸਦਾ? ਤੈਨੂੰ ਫੜ ਕੇ ਪੁੱਛਤੇ ਲਈਏ, ਤੇਰੀ ਬਾਂਹ ਫੜ ਕੇ ਪੁੱਛਤੇ ਲਈਏ, ਰੱਬਾ ਇਹ ਕੈਸੀ ਖੇਡ ਬਣਾਤੀ, ਨਿਕਲਣਾ ਔਖਾ ਕਰ ਦਿੱਤਾ। ਤਿਤ ਸਰਵਰੜੈ ਪਹਿਲੇ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ ਪੰਕਜ। ਜੁਮਹੁ ਪਗ ਨਹੀਂ ਚਾਲੈ ਹਮ ਦੇਖਾ, ਤਹਿ ਡੂਬੀ ਅਲੇ। ਇਹ ਮੋਹ ਦਾ ਚਿੱਕੜ ਬਣਾਤਾ ਤੇ ਤੁਰਿਆ ਹੀ ਨਹੀਂ ਜਾਂਦਾ। ਮੈਂ ਪੁੱਛਤੇ ਨਾ ਕਿੱਥੇ ਹੈ ਰੱਬ ਮੇਰਾ। ਨਾ ਕੋਈ ਰੂਪ ਨਾ ਰੰਗ, ਬਰਨ ਚਿੰਨ ਨਾ ਹੀ ਮੁਖ ਨਾ ਮਸਾਰਾ। ਮਾਸਾਰਾ ਕਹਿ ਨਾ ਜਾਈ ਖੇਲ ਤੁਮਾਰਾ। ਨਾਨਕ ਰੇਣ ਸੰਤ ਚਰਨਾਰਾ। ਹਾਂ ਜੇ ਉਹ ਮਿਲਦਾ ਹੈ ਤੇ ਉਹ ਸੰਤ ਜਨਾਂ ਦੀ ਸੰਗਤ ਵਿੱਚ ਹੀ ਉਹਦੇ ਦੀਦਾਰ ਹੁੰਦੇ ਆ। ਵਿੱਚ ਸੰਗਤ ਹਰ ਪ੍ਰਭ ਬਸੈ ਜੀ, ਉਹਦੇ ਵਿੱਚ ਹੀ ਹੈ ਜੀ। ਸੋਈ ਮਹਿਲਾ ਪੰਜਵਾ, ਤਉ ਮੈਂ ਆਇਆ ਸਰਨੀ ਆਇਆ।
ਭਰੋਸੈ ਆਇਆ ਕਿਰਪਾ ਆਇਆ, ਜਿਉ ਭਾਵੈ ਤਿਉ ਰਾਖੋ ਸੁਆਮੀ, ਮਾਰਗ ਗੁਰਹਿ ਪਠਾਇਆ ਰਹਾਉ। ਇਹ ਵੀ ਪੜਤਾਲ ਹੀ ਹੈ ਜੀ। ਸੂਹੀ ਮਹੱਲਾ ਪੰਜਵਾਂ। ਤਉ ਮੈਂ ਆਇਆ ਸ਼ਰਣੀ ਆਇਆ, ਮੈਂ ਤੁਹਾਡੇ ਸ਼ਰਨ ਵਿੱਚ ਆਇਆ, ਤੁਸੀਂ ਮੈਨੂੰ ਲੈ ਕੇ ਆਇਓ। ਭਰੋਸਾ ਆਇਆ, ਹਾਂ ਭਰੋਸਾ ਰੱਖ ਕੇ ਤੇ ਆਇਆ ਸੀ ਕਿ ਦੁੱਖਾਂ ਤੋਂ ਸਤਿਗੁਰੂ ਜੀ ਬਚਾਉਣ ਵਾਲੇ ਨੇ। ਪਰ ਸੱਚ ਤੇ ਇਹ ਹੈ, ਭਰੋਸਾ ਵੀ ਉਨਾ ਚਿਰ ਤੱਕ ਪੈਦਾ ਨਹੀਂ ਹੁੰਦਾ ਜਿੰਨਾ ਚਿਰ ਤੱਕ ਵਾਹਿਗੁਰੂ ਜੀ ਦੀ ਕਿਰਪਾ ਨਾ ਹੋਵੇ। ਭਰੋਸੇ ਨਾਲ ਮੈਂ ਆਇਆ ਤੇ ਹਾਂ, ਪਰ ਅੰਤਮ ਹੈ ਕਿਰਪਾ ਆਇਆ। ਜੇ ਕਿਰਪਾ ਨਾ ਹੁੰਦੀ ਤੇ ਭਰੋਸਾ ਕਦੀ ਪੈਦਾ ਹੀ ਨਹੀਂ ਸੀ ਹੋਣਾ, ਫਿਰ ਮੈਂ ਭਟਕਦਾ ਰਹਿੰਦਾ। ਜਿਉਂ ਭਾਵੈ ਤਿਉਂ ਰਾਖੋ ਸੁਆਮੀ, ਮਾਰਗ ਗੁਰਹਿ ਪਠਾਇਆ। ਇਹ ਗੁਰੂ ਨੇ ਦੱਸ ਦਿੱਤਾ, ਇਹੀ ਮਾਰਗ ਤੁਰਨਾ। ਇਸ ਮਾਰਗ ਤੇ ਹੀ ਸੁਖ ਨੇ, ਭਾਵੇਂ ਜੇ ਗੁਰ ਝਿੜਕੇ ਤਾਂ ਮੀਠਾ ਲਾਗੇ, ਜੇ ਬਖਸ਼ੇ ਤਾਂ ਗੁਰ ਵਡਿਆਈ। ਇਹ ਮਾਰਗ ਨਹੀਂ ਛੱਡਣਾ। ਪਾਲਾ ਕੱਕਰ ਬਰਫ ਵਰਸੈ, ਗੁਰਸਿੱਖ ਗੁਰ ਦੇਖਣ ਜਾਈ। ਸਮੁੰਦ ਸਾਗਰ ਹੋਵੈ ਬਹੁ ਖਾਰਾ, ਗੁਰਸਿੱਖ ਲੰਘ ਗੁਰੂ ਪੈ ਜਾਈ। ਜਿੰਨਾ ਮਰਜੀ ਤੈਨੂੰ ਬਿਖਮ ਲੱਗੇ, ਹੁਣ ਇਹ ਰਸਤਾ ਨਹੀਂ ਛੱਡਣਾ ਤੇ ਕਹਿ ਦੇਣਾ ਅਬ ਹਮ ਚਲੀ ਠਾਕੁਰ ਪੈ ਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ। ਹੁਣ ਇਹ ਮਾਰਗ ਨਹੀਂ ਛੱਡਣਾ। ਗੁਰੂ ਨੇ ਦੱਸਤਾ, ਮਾਰਗ ਗੁਰੈ ਪਠਾਇਆ, ਉਂਗਲ ਲਾ ਕੇ ਤੋਰਤਾ ਕਿ ਭਾਈ ਇਹੀ ਮਾਰਗ ਸੁਖ ਦੇਣ ਵਾਲਾ ਹੈ। ਜੇ ਇਸ ਰਸਤੇ ਤੇ ਚਲੇਗਾ, ਮੰਨੈ ਮਗ ਨਾ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ, ਮੰਨੈ ਮੂੰਹ ਚੋਟਾ ਨਾ ਖਾਏ, ਮੰਨੈ ਜਮ ਕੈ ਸਾਥ ਨਾ ਜਾਏ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਮਨ ਕਰਕੇ ਹੁਣ ਇਹ ਮਾਰਗ ਮੰਨ ਲੈ ਤੂੰ ਰਹਾਉ। ਮਹਾਦੁੱਤਰ ਮਾਇਆ ਜੈਸੇ ਪਵਨ ਚੁਲਾਇਆ। ਮਾਇਆ ਤੇ ਮਹਾਦੁੱਤਰ, ਨਾ ਤਰਨ ਨਾ ਤਰੇ ਜਾੜ ਸਕਣ ਵਾਲੀ, ਔਖਾ ਤਰੇ ਜਾ ਸਕਣ ਵਾਲੀ ਮਾਇਆ ਦਾ ਰਸਤਾ ਹੈ, ਭਵ ਸਾਗਰ ਹੈ। ਕੋਈ ਜਿੱਤ ਸਕਦਾ, ਕੋਈ ਵਿਰਲਾ ਹੀ ਜਿੱਤਦਾ। ਹਾਂ ਕਬੀਰ ਸਾਹਿਬ ਕਹਿੰਦੇ, ਕਬੀਰ ਮਾਇਆ ਚੋਰਟੀ ਮੁਸਮੁਸ ਲਾਵੈ ਹਾਟ, ਏਕ ਕਬੀਰਾ ਨਾ ਮੁਸੈ ਜਿਨ ਕੀਨੀ 12 ਹੈ ਬਾਟ। ਕਹਿੰਦੇ ਮੈਂ 12 ਬਾਟ 12 ਕੋ ਦੂਰ ਕਰਤੀ, ਕਈ ਕਹਿੰਦੇ 12 ਟੁਕੜੇ ਕਰਤੇ। ਕੋਈ ਵਿਰਲਾ ਹੀ ਇਸ ਤੋਂ ਜਿੱਤਦਾ। ਜੈਸੇ ਪਵਨ ਝੁਲਾਇਆ, ਹਵਾ ਦਾ ਪਤਾ ਲੱਗਦਾ ਇੱਕ ਖਿਨ ਇੱਥੇ ਆ ਤੇ ਇੱਕ ਖਿਨ ਉੱਥੇ ਆ। ਕਬਹੂ ਜਿਹੜਾ ਉਬ ਚੜਤ ਹੈ, ਕਬਹੂ ਜਾਏ ਪਿਆਲੇ, ਲੋਭੀ ਜਿਹੜਾ ਥਿਰ ਨਾ ਰਹਿਤ ਹੈ, ਚਾਰੇ ਕੁੰਟਾਂ ਭਾਲੇ। ਇਸ ਕਰਕੇ ਇਹ ਮਾਇਆ ਦਾ ਸੁਭਾਅ ਪਵਨ ਝੁਲਾਇਆ ਦੀ ਤਰ੍ਹਾਂ। ਹੁਣੇ ਪਵਨ ਰੱਬ ਵਾਲੇ ਪਾਸੇ ਲੈ ਕੇ ਚਲੇ ਤੇ ਰਸਤੇ ਹੀ 'ਚ ਕੋਈ ਵਿਕਾਰੀ ਫੁਰਨਾ ਟਕਰ ਗਿਆ ਤੇ ਬੰਦਾ ਫਿਰ ਪੁੱਠਾ। ਮਾਇਆ ਦਾ ਪਤਾ ਲੱਗਦਾ। ਬੰਦਾ ਘਰੋਂ ਤੁਰਿਆ ਫੁਰਨਾ ਲੈ ਕੇ ਚੰਗਾ ਕਰਮ ਕਰਨ ਜਾ ਰਿਹਾ ਤੇ ਰਸਤੇ 'ਚ ਮਾੜਾ ਕਰਕੇ ਆ ਜਾਂਦਾ ਹੈ। ਕੋਈ ਬੰਦੇ ਦੇ ਹੱਥ ਇਹ ਕੋਈ ਬਸ ਕਿੱਡਾ ਤਜਰਬਾ। ਮਤਾ ਕਰੈ ਪੱਛਮ ਕੈ ਤਾਹੀਂ, ਪੂਰਬ ਹੀ ਲੈ ਜਾਤ, ਖਿਨ ਮੈਂ ਥਾਪ ਥਾਪਨ ਹਾਰਾ ਆਪਨ ਹਾਥ ਮਤਾਂਤ। ਇਹ ਤੇ ਪਵਨ ਦੀ ਤਰ੍ਹਾਂ ਬੰਦਿਆ, ਤੇਰਾ ਮਾਣ ਨਹੀਂ ਇੱਥੇ। ਬਸ ਸ਼ਰਣੀ ਆਇਆ ਮੈਂ ਉਸ ਪ੍ਰਭੂ ਦੀ, ਉਹ ਰੱਖ ਲੈ ਮੈਨੂੰ ਜੇ। ਸੁਨ ਸੁਨ ਹੀ ਡਰਾਇਆ, ਕਰੋ ਧਰਮ ਰਾਇਆ। ਇਹ ਸੁਣ ਸੁਣ ਕੇ ਡਰ ਲੱਗਦਾ ਭਾਈ, ਇੱਥੇ ਵੀ ਔਖਾ ਕੰਮ ਹੈ ਤੇ ਅੱਗੇ ਧਰਮ ਰਾਏ ਨੂੰ ਲੇਖਾ ਦੇਣਾ ਹੈ। ਉਹ ਕਰਰੋ ਹੈ। ਕਰਰੋ ਦਾ ਮਤਲਬ ਕਰੜੇ ਰੂਪ 'ਚ ਧਰਮ ਲੇਖਾ ਲੈਂਦਾ। ਜਦ ਪੁੱਛਦਾ ਨਾ ਲੇਖਾ ਰੱਬ ਮੰਗੇਸੀਆ, ਤੂੰ ਆਹੋ ਕਿਹੜਾ ਕੰਮ, ਕਿਹੜਾ ਚੰਗਾ ਕਰਕੇ ਆਇਆ, ਅਮਲ ਸਿਰਾਨੋ ਲੇਖਾ ਦੇਣਾ। ਅਮਲਾਂ ਦਾ ਲੇਖਾ ਹੋਣਾ ਹੈ, ਉਹਦੇ ਵਾਸਤੇ ਮੈਂ ਫਿਕਰਮੰਦ ਹਾਂ ਜੀ। ਗ੍ਰਹਿ ਅੰਧ ਕੂਪਾਇਆ, ਪਾਵਕ ਸਗਰਾਇਆ। ਮੈਂ ਇਸ ਅੰਧਕੂਪ ਦੇ ਵਿੱਚ ਡਿੱਗਿਆ ਪਿਆ। ਗ੍ਰਹਿ ਅੰਧਕੂਪ ਆਇਆ, ਇਹ ਅੰਧਕੂਪ ਹੈ। ਪਾਵਕ ਸਗਰਾਇਆ, ਪਾਵਕ ਪਾਣੀ ਨਹੀਂ ਹੈ, ਇਹਦੇ ਵਿੱਚ ਪਾਵਕ ਹੈ, ਅੱਗ ਹੈ। ਸਾਰੀ ਅੱਗ ਦੇ ਵਿੱਚ ਹੀ ਮੈਂ ਦੁੱਖਾਂ ਸੁੱਖਾਂ, ਗ੍ਰਸਤ ਊਚ ਨੀਚ, ਵੱਡਾ ਛੋਟਾ, ਪੈਸਾ ਦਮੜਾ, ਗਰੀਬੀ ਅਮੀਰੀ, ਹਾਰ ਜਿੱਤ, ਇਹਦੇ ਆਲੇ ਦੁਆਲੇ ਅੱਗ ਇਹ ਮੈਂ ਘਿਰਿਆ ਪਿਆ ਹਾਂ ਜੀ। ਗਹੀ ਓਟ ਸਾਧਾਇਆ, ਨਾਨਕ ਹਰਿ ਧਿਆਇਆ, ਅਬ ਮੈਂ ਪੂਰਾ ਪਾਇਆ। ਮੈਂ ਇਹੀ ਗੱਲ ਹੈ ਨਾ ਕਿ ਹੁਣ ਅਸੀਂ ਕਹੀਏ ਜੀ ਫਲਾਣੀ ਥਾਂ ਤੇ ਜੀ ਪਹੁੰਚਿਆ ਨਹੀਂ ਜਾ ਸਕਦਾ। ਹੁਣ ਕੱਲ ਨਗਰ ਕੀਰਤਨ 'ਚ ਸੀ, ਜੇ ਤੁਸੀਂ ਕਹਿ ਦਿੰਦੇ ਜੀ ਰਸ਼ ਬਹੁਤ ਹੈ ਜੀ, ਬਹੁਤ ਰਸ਼ ਹੈ, ਨਿਕਲਣਾ ਹੀ ਨਹੀਂ, ਫਿਰ ਗੁਰੂ ਦੇ ਦਰਸ਼ਨ ਥੋੜ੍ਹੀ ਹੋਣੇ ਸੀ। ਜਿਨ੍ਹਾਂ ਨੇ ਗੁਰੂ ਦੇ ਦਰਸ਼ਨ ਕਰਨੇ ਸੀ ਉਹਨਾਂ ਨੇ ਥੋੜ੍ਹੀ ਪਰਵਾਹ ਕੀਤੀ ਹੈ, ਉਹ ਤੇ ਫਿਰ ਵੀ ਤੁਰੀ ਗਏ। ਉਹ ਥੋੜ੍ਹੀ। ਇਸ ਕਰਕੇ ਜਿੰਨਾ ਮਰਜ਼ੀ ਭੀੜ ਭੜਕਾ ਹੋਏ, ਜਿੰਨੇ ਗੁਰੂ ਦੇ ਦੀਦਾਰ ਕਰਨੇ ਹੁੰਦੇ ਉਹ ਤੁਰ ਪੈਂਦੇ ਆ। ਜਿਹਨੇ ਮੰਜ਼ਿਲਾਂ ਤੇ ਪਹੁੰਚਣਾ ਹੋਏ ਤੇ ਫਿਰ ਉਹ ਪਰਵਾਹ ਨਹੀਂ ਕਰਦੇ ਮੰਜ਼ਿਲ ਤੇ ਕੀ ਹੈ, ਰਸਤਿਆਂ 'ਚ ਕੀ ਹੈ। ਗਹੀ ਓਟ ਸਾਧਾਇਆ, ਮੈਂ ਸਾਧ ਇੱਕ ਸ਼ਬਦ ਹੋਰ ਕਰ ਲਈਏ ਭਾਈ ਸਾਹਿਬ ਜੀ, ਬੇਨਤੀ ਹੈ।
एक शब्द होर, मैं साध जिन्हां दी, हाँ जी तुसी पढ़ लो शब्द, कोई नहीं, मैं साध जिन्हां दी, चलो कोई नहीं समाप्ति कर देंगे। गही ओट साध आया, मैं साध जिन्हां दी संगत दी ओट लई है, नानक हर ध्याया। ते गुरु नानक साहब ने कहा संगत दे विच बैठ के होर कुछ नहीं सोचना, सिर्फ हरी ध्याउणा है। ते जे हरी ध्याया वाहिगुरू वाहिगुरू कीता, क्योंकि गुरु अर्जुन साहब नूं पुछया की है वाहिगुरू दा सिमरन, कहंदे मैनू नहीं पता की है की नहीं है, हर आराधना जाना रे, मैनू नहीं पता कि किवें जपीए की करिए, बस मैनू ते इन्ना पता है हर हर गुर गुर करता रे। मैनू ये हुक्म है हरी हरी गुरु गुरु वाहिगुरू वाहिगुरू करी जाना है, बस उठत बैठत सोवत जागत एह मन तुझे, मैनू ये हुक्म है तो मैं हुक्म मनना है, मैनू दूजी गल नहीं पता। नानक हर ध्याया, अब मैं पूरा पाया, हुण मैं पूरे प्रभु नूं प्राप्त कर लिया है जी। इत्थे समाप्ति है। धन्यवाद है जी श्री गुरु ग्रंथ साहब जी का, धन्यवाद आप संगतां दा, भाई साहब होरां दा धन्यवाद। भुलां चुकां दी खिमा, सतगुरु जी बख्शिश करन, ये पढ़ी हुई बाणी साडे हिरदियां विच वस जाए। कल आप संगतां ने बहुत उत्साह बख्शिया और बड़ी सुहिरदता दे नाल नगर कीर्तन दे विच हाज़रियां भरियां। आप संगतां दा सारियां दा प्रबंधक कमेटी वालों, दासियां वालों, भाई साहब वालों धन्यवाद, बहुत प्रेम बख्शिया जी। फतेह बुलाओ, आखो जी वाहिगुरू जी का खालसा वाहिगुरू जी की फतेह।